ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਸਾਂਝਾ ਟੀਵੀ। ਤੁਹਾਡੀ ਆਪਣੀ ਹੋਸਟ ਬਲਜਿੰਦਰ ਕੌਰ ਦੇ ਨਾਲ ਤੇ ਮੈਂ ਗੇੜੀ ਰੂਟ ਤੇ ਤੁਹਾਨੂੰ ਲੈ ਕੇ ਜਾਂਦੀ ਹਾਂ। ਗੇੜੀ ਰੂਟ ਦਾ ਸਾਡਾ ਜਿਹੜਾ ਸਫ਼ਰ ਹੁੰਦਾ ਨਾ, ਉਹਦੇ ਲਈ ਤੁਸੀਂ ਵੀ ਹਮੇਸ਼ਾ ਐਕਸਾਈਟਡ ਹੁੰਦੇ ਹੋ ਕਿ ਇਸ ਵਾਰ ਤੁਹਾਨੂੰ ਕਿੱਥੇ ਲੈ ਕੇ ਜਾਣਾ, ਤੇ ਮੈਨੂੰ ਵੀ ਹਮੇਸ਼ਾ ਨਵੀਆਂ ਲੋਕੇਸ਼ਨਸ ਲੱਭਣ ਦਾ ਚਾਹ ਹੁੰਦਾ ਕਿ ਤੁਹਾਨੂੰ ਕਿਤੇ ਵਧੀਆ ਜੀ ਹੋਰ ਜਗ੍ਹਾ ਤੇ ਲੈ ਕੇ ਜਾਵਾਂ। ਪਰ ਅੱਜ ਜੇ ਮੈਂ ਤੁਹਾਨੂੰ ਲੈ ਕੇ ਆਈ ਹਾਂ ਨਾ, ਬਿਲਕੁਲ ਹੀ ਇੱਕ ਵੱਖਰਾ ਜਿਹਾ ਹੀ ਗੇੜੀ ਰੂਟ ਆ। ਤੇ ਹਰ ਕੋਈ ਇਨਸਾਨ ਚਾਹੁੰਦਾ ਕੈਨੇਡਾ ਦੇ ਵਿੱਚ ਆਪਣਾ ਸੁਪਨਿਆਂ ਦਾ ਘਰ ਬਣਾਉਣਾ, ਤੇ ਘਰ ਬਣਦੇ ਕਿਵੇਂ ਆ ਇਹ ਵੀ ਤੁਸੀਂ ਸਾਰੇ ਜਾਣਦੇ ਹੋ। ਇੰਡੀਆ ਦੇ ਵਿੱਚ ਪਹਿਲਾਂ ਨੀਹਾਂ ਪੁੱਟੀਆਂ ਜਾਂਦੀਆਂ ਸੀ, ਫਾਊਂਡੇਸ਼ਨਸ ਪੇ ਬਹੁਤ ਕੁਛ ਹੁੰਦਾ ਸੀ, ਪਰ ਘਰ ਇੱਥੇ ਇੱਟਾਂ ਦੇ ਨਹੀਂ ਬਣਦੇ। ਵੈਸੇ ਡੈਕੋਰੇਸ਼ਨ ਦੇ ਲਈ ਲਾ ਲੈਂਦੇ ਨੇ, ਪਰ ਟਰੱਸਾਂ ਤੇ ਬਣਦੇ ਆ। ਟਰੱਸ ਕਿਵੇਂ ਬਣਦੇ ਆ ਉਹ ਤੁਸੀਂ ਸਾਰੇ ਜਾਣਦੇ ਹੋ, B&B ਟਰੱਸ। ਤੇ ਮੈਂ ਸੋਚਿਆ ਕਿ ਅੱਜ ਗੇੜੀ ਰੂਟ ਤੇ ਕਿਉਂ ਨਾ ਜਾਈਏ, ਨਾਲੇ ਮੈਨੂੰ ਪਤਾ ਨਹੀਂ ਕਿ ਟਰੱਸ ਕਿਵੇਂ ਬਣਦੇ ਆ, ਮੈਂ ਦੇਖ ਲੈਂਦੀ ਆ ਤੇ ਨਾਲ ਲੱਗਦਾ ਤੁਹਾਨੂੰ ਵੀ ਦੱਸਦੇ ਆ ਕਿ ਟਰੱਸ ਬਣਦੇ ਕਿਵੇਂ ਆ। ਸੁਪਨਿਆਂ ਦਾ ਘਰ ਕਿਵੇਂ ਬਣਦਾ, ਪਹਿਲਾਂ ਪੇਪਰਾਂ ਤੇ ਬਣਦਾ ਤੇ ਫਿਰ ਲੈ ਕੇ ਚੱਲਾਂਗੇ ਅਸੀਂ ਤੁਹਾਨੂੰ ਪਿੱਛੇ ਫੈਕਟਰੀ 'ਚ, ਜਿੱਥੇ ਅਸਲ ਦੇ ਵਿੱਚ ਟਰੱਸ ਬਣਦੇ ਨੇ। ਸੋ ਕਾਹਦਾ ਇੰਤਜ਼ਾਰ ਆ, ਆਓ ਚਲੀਏ ਤੇ ਜਾ ਕੇ ਆਪਾਂ ਗੱਲਾਂ ਬਾਤਾਂ ਮਾਰੀਏ ਜੀ। ਹੈਲੋ ਜੀ। Hello G, how are you? ਗੁੱਡ, ਯੋਰਸੈਲਫ? Good, thank you. ਤੁਹਾਡੇ ਕੋਲ ਥੋੜ੍ਹੇ ਜਿਹੇ ਸਵਾਲ ਪੁੱਛਣੇ ਅੱਜ ਮੈਂ। ਅੱਛਾ ਜੀ। ਜਦੋਂ ਅਸੀਂ ਘਰ ਬਣਾਉਣਾ, ਜੀ। ਸੋ ਤੁਸੀਂ ਟਰੱਸ ਬਣਾਉਂਦੇ ਹੈਗੇ ਆ, ਹਾਂਜੀ ਤੇ ਜੇ ਹੁਣ ਮੈਂ ਘਰ ਬਣਾਉਣਾ ਆ ਤੇ ਮੈਂ ਪਹਿਲਾਂ ਕੀ ਕੰਮ ਕਰਨਾ, ਕਿ ਮੈਨੂੰ ਕੀ ਕਰਨਾ ਚਾਹੀਦਾ ਤੁਹਾਡੇ ਕੋਲ, ਮੈਂ ਕਿਵੇਂ ਟਰੱਸ ਆ ਕੇ ਆਰਡਰ ਕਰ ਸਕਦੀ ਹਾਂ, ਕੀ ਕਰਨਾ ਪੈਣਾ ਮੈਨੂੰ? ਤੁਸੀਂ ਆਪਣਾ ਪਲਾਨ ਡਿਜ਼ਾਈਨਰ ਤੋਂ ਲੈ ਕੇ ਤੁਸੀਂ ਸਾਨੂੰ ਈਮੇਲ ਕਰ ਦਿਓ, ਐਂਡ ਈਮੇਲ ਤੋਂ ਬਾਅਦ ਅਸੀਂ ਫਿਰ ਤੁਹਾਡਾ ਟਰੱਸ ਦੀ ਲੇਆਊਟ ਬਣਾ ਕੇ ਫਿਰ ਤੁਹਾਨੂੰ ਕੋਡ ਭੇਜਾਂਗੇ ਜੀ। ਤੇ ਜਦੋਂ ਅਸੀਂ ਲੇਆਊਟ ਤੁਸੀਂ ਸਾਨੂੰ ਬਣਾ ਕੇ ਦਿੰਦੇ ਹੈਗੇ ਆ, ਸੋ ਫਿਰ ਉਹਦੀਆਂ ਕੋਟੇਸ਼ਨਸ ਤੁਸੀਂ ਸਾਨੂੰ ਦਿੰਦੇ ਹੈਗੇ ਆ? ਪਹਿਲਾਂ ਕੋਟੇਸ਼ਨ ਅਸੀਂ ਭੇਜਦੇ ਹਾਂ, ਐਂਡ ਬਾਅਦ 'ਚ ਤੁਹਾਨੂੰ ਲੇਆਊਟ ਚਾਹੀਦੀ ਹੋਈ ਤਾਂ ਫਿਰ ਤੁਸੀਂ ਫੋਨ ਕਰਕੇ ਲੇਆਊਟ ਲੈ ਲਓ। ਸੋ ਟਰੱਸ ਵੀ ਜਦੋਂ ਤੁਸੀਂ ਲੇਆਊਟ ਅਸੀਂ ਦੇਖ ਲਈ, ਮੰਨ ਲਓ ਅਸੀਂ ਅਪਰੂਵ ਕਰ ਲਈ ਆ, ਤੇ ਉਸ ਤੋਂ ਬਾਅਦ ਫਿਰ ਟਰੱਸ ਜਿਹੜੇ ਅਸੀਂ ਤੁਹਾਡੇ ਤੋਂ ਲੈਣੇ ਆ ਉਹਨਾਂ ਨੂੰ ਫਿਰ ਤੁਸੀਂ ਸਾਨੂੰ ਉਹਦੀ ਕੋਟੇਸ਼ਨ ਦੇਣੀ, ਉਹਦੀ ਪ੍ਰਾਈਸ ਦੇਣੀ? ਹਾਂਜੀ ਜੀ। ਠੀਕ ਹੈ ਜੀ। ਸੋ ਤੁਸੀਂ ਇੱਥੇ ਈਮੇਲ ਤੁਸੀਂ ਚੈੱਕ ਕਰਨੀ ਹੈ, ਤੇ ਉਸ ਤੋਂ ਬਾਅਦ ਫਿਰ ਕੀ ਪ੍ਰੋਸੈਸ ਹੁੰਦੇ ਆ, ਕੌਣ ਕਰਦਾ ਹੈਗਾ ਉਹਦੀ ਸਾਰੀ ਫਿਰ ਸਾਡੇ ਕੋਲ ਡਿਜ਼ਾਈਨਰਸ ਹੈਗੇ ਆ, ਉਸ ਹਿਸਾਬ ਨਾਲ ਅਸੀਂ ਡਿਜ਼ਾਈਨਰ ਨੂੰ ਤੁਹਾਡਾ ਈਮੇਲ ਭੇਜ ਕੇ ਲੇਆਊਟ ਬਣਾ ਦੇਣੀ ਆ। ਲੇਆਊਟ ਤੋਂ ਬਾਅਦ ਫਿਰ ਪ੍ਰਾਈਸਿੰਗ ਹੋ ਜਾਂਦੀ ਹੈ, ਪ੍ਰਾਈਸਿੰਗ ਤੋਂ ਬਾਅਦ ਫਿਰ ਸੇਲਸਮੈਨ ਤੁਹਾਨੂੰ ਈਮੇਲ ਕਰਦੇ ਕੋਟ। The reason I'm here today because ਮੇਰਾ ਇੱਕ ਸ਼ੋਅ ਆ, ਇਟਸ ਕਾਲਡ ਗੇੜੀ ਰੂਟ। ਅੱਛਾ ਜੀ। ਸੋ ਅਸੀਂ ਸ਼ਹਿਰ ਦੇ ਵੱਖ-ਵੱਖ ਜਗ੍ਹਾ ਦੇ ਉੱਤੇ ਜਾ ਕੇ ਗੇੜੀਆਂ ਲਾਈਦੀਆਂ। ਸੋ ਜਿੱਥੇ ਸਾਨੂੰ ਕੁਛ ਇੰਟਰਸਟਿੰਗ ਜਿਹਾ ਲੱਗਦਾ ਆ ਕਿ ਕੋਈ ਬਿਜ਼ਨਸ ਆ ਜਾਂ ਕੋਈ ਰੈਸਟੋਰੈਂਟ ਆ ਜਾਂ ਕੁਛ ਵੀ ਆ, ਅਸੀਂ ਉੱਥੇ ਜਾ ਕੇ ਉਹਨਾਂ ਦੀ ਪਰਮਿਸ਼ਨ ਲੈ ਲਈਦੀ ਆ ਕਿ ਅਸੀਂ ਅੱਜ ਇੱਥੇ ਆਏ ਹਾਂ ਤੇ ਅਸੀਂ ਪੁੱਛਣਾ ਚਾਹੁੰਦੇ ਹਾਂ ਵੀ ਇਹ ਸਾਰਾ ਕੰਮ ਹੁੰਦਾ ਕਿਵੇਂ ਆ। ਅੱਛਾ ਜੀ। ਸੋ ਮੈਂ ਦੇਖਿਆ ਕਿ B&B ਟਰੱਸ ਘਰ ਬਣਾਉਣ ਦੇ ਲਈ ਕੰਮ ਆਉਂਦੇ ਆ, ਪਰ ਜਾਂਦੇ ਹਮੇਸ਼ਾ ਅਸੀਂ ਦੇਖੀਦੇ ਆ, ਡਿਲੀਵਰ ਹੁੰਦੇ ਆ, ਬੋਰਡ ਲੱਗੇ ਆ, ਗੱਡੀ ਤੇ ਜਾ ਰਹੇ ਹੈਗੇ ਆ, ਪਰ ਇਹ ਨਹੀਂ ਪਤਾ ਕਿ ਇਹ ਬਣਦੇ ਕਿਵੇਂ ਆ। ਸੋ ਤੁਸੀਂ ਹੁਣ ਸਾਨੂੰ ਦੱਸਿਆ ਕਿ ਪਹਿਲਾਂ ਜਿਹੜਾ ਈਮੇਲ ਕਰਨੀ ਪੈਂਦੀ ਹੈ ਪਲਾਨ, ਉਸ ਤੋਂ ਬਾਅਦ ਸ਼ੁਰੂਆਤ ਹੁੰਦੀ ਹੈ, ਤੇ ਕੀ ਅਸੀਂ ਜਾ ਕੇ ਤੁਹਾਡੇ ਡਿਜ਼ਾਈਨਰ ਨੂੰ ਮਿਲ ਸਕਦੇ ਆ ਜਿਹੜੇ ਡਿਜ਼ਾਈਨ ਕਰਦੇ ਆ? ਕਿੰਨਾ ਕੁ ਔਖਾ ਆ, ਕੀ ਕਰਦੇ ਹੁੰਦੇ ਆ ਉਹ? ਬਿਲਕੁਲ ਜੀ। ਤੁਸੀਂ ਇਸ ਵੇਲੇ ਤਾਂ ਅਸੀਂ ਟਰਾਈ ਕਰਦੇ ਕਿ ਕੋਵਿਡ ਨਾ ਮਿਲਣ, ਬਟ ਫੋਨ 'ਤੇ ਜ਼ਰੂਰ ਤੁਸੀਂ ਗੱਲ ਕਰ ਸਕਦੇ ਹੋ। ਕੋਈ ਪ੍ਰੋਬਲਮ ਹੋਈ ਤਾਂ ਕੋਈ ਚੇਂਜਸ ਕੋਈ ਜੋ ਮਰਜ਼ੀ ਹੋਏ, ਫਿਰ ਤੁਸੀਂ ਲੇਆਊਟ ਜਦੋਂ ਅਪਰੂਵਡ ਹੋ ਗਈ ਸੀ ਤੋਂ ਫਿਰ ਕੋਈ ਹੋਰ ਐਕਸਟਰਾ ਅਪਰੂਵ ਪਲਾਨ ਚਾਹੀਦਾ ਆ ਟੂ ਚੇਂਜ ਦ ਲੇਆਊਟ, ਕੁਛ ਕਰਨ ਵਾਲਾ ਤਾਂ ਜ਼ਰੂਰ ਤੁਸੀਂ ਫਿਰ ਸਾਨੂੰ ਦੱਸ ਸਕਦੇ ਹੋ। ਤੇ ਜੇ ਅੱਜ ਅਸੀਂ ਕਿਸੇ ਦੇ ਨਾਲ ਗੱਲ ਕਰਨੀ ਚਾਹੀਏ ਤੇ ਕੋਈ ਇੱਥੇ ਅਵੇਲੇਬਲ ਹੈ ਤੁਹਾਡੇ ਕੋਲ? ਹਾਂਜੀ ਹੈਗੇ, ਸਾਡੇ ਸੇਲਸਮੈਨ ਸਾਰੇ ਹੈਗੇ ਆ, ਐਂਡ ਤੁਸੀਂ ਉਹ ਸੇਲਸਮੈਨ ਨਾਲ ਸਿੱਧੀ ਗੱਲ ਕਰ ਲਓ ਤਾਂ ਬੈਸਟ ਆ, ਐਂਡ ਡਿਜ਼ਾਈਨਰ ਤਾਂ ਡਿਜ਼ਾਈਨ ਹੀ ਕਰਦੇ ਲੇਆਊਟਸ ਮੈਜੋਰਟੀ ਆਫ ਦ ਟਾਈਮ। ਹਾਂਜੀ, ਥੈਂਕ ਯੂ ਵੈਰੀ ਮਚ ਫॉर ਯੂਰ ਇਨਫੋਰਮੇਸ਼ਨ। ਤੇ ਜ਼ਰੂਰ ਮੈਂ ਚਾਹੂੰਗੀ ਤੁਹਾਡੇ ਸੇਲਸਮੈਨ ਨਾਲ ਗੱਲ ਕਰਨ। ਓਕੇ ਜੀ, ਥੈਂਕ ਯੂ ਸੋ ਮਚ। ਥੈਂਕ ਯੂ ਵੈਰੀ ਮਚ। ਓਕੇ ਜੀ, ਬਾਏ। ਸੋ ਸਾਨੂੰ ਰਿਸੈਪਸ਼ਨ ਤੋਂ ਜਿੰਨੀ ਜਾਣਕਾਰੀ ਚਾਹੀਦੀ ਸੀ ਅਸੀਂ ਲੈ ਲਈ, ਪਰ ਹੁਣ ਅਸੀਂ ਡਿਜ਼ਾਈਨਰ ਨੂੰ ਮਿਲਾਂਗੇ ਤੇ ਉਸ ਤੋਂ ਬਾਅਦ ਸੇਲਸਮੈਨ ਨੂੰ ਮਿਲਾਂਗੇ। ਤੇ ਮੈਂ ਸਾਰਿਆਂ ਤੋਂ ਜ਼ਿਆਦਾ ਜਿਹੜਾ ਪਾਰਟ ਦੇਖਣ ਦੇ ਲਈ ਐਕਸਾਈਟਡ ਹਾਂ ਕਿ ਪਿੱਛੇ ਫੈਕਟਰੀ 'ਚ ਕੰਮ ਚੱਲਦਾ ਕਿਵੇਂ ਆ, ਉੱਥੇ ਜਿਹੜੇ ਵਰਕਰ ਉਹ ਕੀ ਕਰਦੇ ਆ। ਸੋ ਉੱਥੇ ਤੱਕ ਵੀ ਚੱਲਦੇ ਆ, ਪਰ ਪਹਿਲਾਂ ਅਸੀਂ ਡਿਜ਼ਾਈਨਰ ਨੂੰ ਮਿਲਦੇ ਹਾਂ। ਆਓ ਜੀ ਚੱਲੀਏ। ਸੋ ਹੁਣ ਅਸੀਂ ਪਹੁੰਚ ਚੁੱਕੇ ਹਾਂ ਜੀ ਡਿਜ਼ਾਈਨਰ ਦੇ ਕੋਲ, ਤੇ ਡਿਜ਼ਾਈਨ ਕਰਨਾ ਬਹੁਤ ਔਖਾ ਕੰਮ ਆ, ਇੰਨਾ ਸੌਖਾ ਕੰਮ ਨਹੀਂ। ਸੋ ਲਵਪ੍ਰੀਤ ਸਿੰਘ ਮੇਰੇ ਨਾਲ ਆ, ਇਹਨਾਂ ਦੇ ਨਾਲ ਗੱਲ ਕਰਦੇ ਆ। ਸੋ ਥੋੜ੍ਹਾ ਜਿਹਾ ਇਹਨਾਂ ਦਾ ਐਕਸਪੀਰੀਅੰਸ ਜਾਣਦੇ ਆ ਤੇ ਕਿਵੇਂ ਇਹੋ ਡਿਜ਼ਾਈਨ ਕਰਦੇ ਨੇ। ਸੋ ਲਵਪ੍ਰੀਤ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਲਵਪ੍ਰੀਤ ਜੀ, ਪਹਿਲਾਂ ਤਾਂ ਤੁਹਾਡੇ ਤੋਂ ਜਾਣਨਾ ਚਾਹੂੰਗੀ ਕਿ ਕਿੰਨਾ ਕੁ ਸਮਾਂ ਹੋਇਆ ਤੁਹਾਨੂੰ ਇਹ ਕੰਮ ਕਰਦੇ ਆ? ਮੈਨੂੰ 5 ਸਾਲ ਹੋ ਗਏ ਆ। 5 ਸਾਲ ਮੈਂ ਇੰਡੀਆ ਕੀਤਾ ਸੀਗਾ ਤੇ 2 ਸਾਲ ਇੱਥੇ ਹੋ ਗਏ ਹੁਣ ਮੈਨੂੰ।
ਜੀ ਤੇ ਕਿਵੇਂ ਲੱਗ ਰਿਹਾ ਤੁਹਾਨੂੰ? ਵਧੀਆ ਹੈ, ਵਧੀਆ, ਫਿਟਿੰਗ fun ਜੌਬ ਹਾਂਜੀ ਪੂਰੀ। ਤੇ ਜਦੋਂ ਤੁਹਾਡੇ ਕੋਲ ਲੇਆਊਟ ਆਉਂਦੀ ਹੈਗੀ ਆ, ਕਿਸੇ ਨੇ ਆਪਣੇ ਘਰ ਦੀ ਲੇਆਊਟ ਭੇਜ ਦਿੱਤੀ ਆ, ਹਾਂਜੀ। ਉਸ ਤੋਂ ਬਾਅਦ ਫਿਰ ਡਿਜ਼ਾਈਨਿੰਗ 'ਚ ਤੁਹਾਡੀ ਕੀ ਜੌਬ ਹੁੰਦੀ, ਤੁਸੀਂ ਕੀ ਕਰਦੇ ਆ? ਸੋ ਮੈਂ ਕੀ ਕਰਦਾ ਹਾਂ, ਪਹਿਲਾਂ ਪਲਾਨ ਨੂੰ ਪ੍ਰੋਪਰ ਰੀਡ ਕਰੀਦਾ ਆ ਜੀ ਤੇ ਉਸ ਤੋਂ ਬਾਅਦ ਦੇਖੀਦਾ ਵੀ ਜੇ ਕੁਝ ਚੇਂਜ ਹੈਗੇ ਆ ਤਾਂ ਫਿਰ ਕਲਾਇੰਟ ਨੂੰ ਦੱਸੀਦਾ ਆ, ਜੇ ਪ੍ਰੋਪਰ ਪਲਾਨ ਆ ਤੇ ਫਿਰ ਉੱਤੇ ਵਰਕ ਕਰੀਦਾ, ਪਰ ਟਫ ਡਿਜ਼ਾਈਨ ਕਰਦੇ ਆ। ਸੋ ਇਹ ਸਾਡਾ ਕੰਮ ਆ। ਜੇ ਕੋਈ ਲੇਆਊਟ ਇਦਾਂ ਦੀ ਕੁਝ ਹੈਗੀ ਆ ਕੰਪਲਿਕੇਟਡ, ਜਾਂ ਫਿਰ ਕਲਾਇੰਟਸ ਦੇ ਨਾਲ ਤੁਸੀਂ ਬੈਕ ਐਂਡ ਫੋਰਥ ਇਨ ਟੱਚ ਰਹਿੰਦੇ ਆ? ਹਾਂਜੀ, ਕਲਾਇੰਟ ਨਾਲ ਵੀ ਰਹੀਦਾ, ਫਿਰ ਆਪਣੇ ਸੀਨੀਅਰ ਕੋਲ ਕਈ ਵਾਰ ਪੁੱਛ ਲਈਦਾ ਵੀ ਕੋਈ ਇਸ ਬਾਰੇ ਕੀ ਕਰ ਸਕਦੇ ਆ। ਕਿੱਦਾਂ ਦੀਆਂ ਕੰਪਲਿਕੇਸ਼ਨਸ ਆਉਂਦੀਆਂ ਜੇ ਕਦੇ ਆਉਣ ਤਾਂ? ਸਮ ਟਾਈਮ ਤਾਂ ਆਰਕੀਟੈਕਚਰ ਦੀ ਪ੍ਰੋਬਲਮ ਹੁੰਦੀ ਆ, ਉਦਾਂ ਤਾਂ ਕੁਛ ਜ਼ਿਆਦਾ ਨਹੀਂ ਹੁੰਦਾ, ਬਸ ਇਹੀ ਚੀਜ਼ਾਂ ਹੁੰਦੀਆਂ। ਪਹਿਲਾਂ ਬੜੇ ਸਿੰਪਲ ਘਰ ਬਣਦੇ ਹੁੰਦੇ ਸੀ, ਬਸ ਕੋਈ ਬਾਹਲੀ ਜ਼ਿਆਦਾ ਨਹੀਂ ਸੀ। ਹੁਣ ਡੇ ਬਾਈ ਡੇ ਥੋੜੇ ਕੰਪਲਿਕੇਟਡ ਹੋਈ ਜਾਂਦੇ ਆ। ਸੋ ਅੱਜ ਤੋਂ 3 ਸਾਲ ਪਹਿਲਾਂ ਤਾਂ ਬਹੁਤ ਈਜ਼ੀ ਸੀਗੇ, ਪਰ ਹੁਣ ਜਦੋਂ ਐਵਰੀ ਡੇ ਕੁਝ ਨਵੀਂ ਚੀਜ਼ ਸਿੱਖੀਦੀ ਹੈ, ਨਵਾਂ ਪਲਾਨ ਹੁੰਦਾ ਹੈ। ਤੇ ਫਿਰ ਉਹਦੇ ਲਈ ਤੁਹਾਨੂੰ ਕੋਈ ਟ੍ਰੇਨਿੰਗ ਲੈਣੀ ਪੈਂਦੀ ਕਿ ਜਾਂ ਬਸ ਆਪ ਹੀ ਸਿੱਖਦੇ ਨਹੀਂ, ਆਪ ਹੀ ਜਿੱਦਾਂ ਹੁਣ ਪਤਾ ਲੱਗ ਜਾਂਦਾ ਐਕਸਪੀਰੀਅੰਸ ਦੇ ਨਾਲ ਕਿੱਦਾਂ ਕਰਨਾ ਹੈ। ਤੇ ਫਿਰ ਜਦੋਂ ਤੁਹਾਡੇ ਕੋਲੋਂ ਡਿਜ਼ਾਈਨਿੰਗ ਸਾਰੀ ਫਿਨਿਸ਼ ਹੋ ਗਈ, ਕੰਪਲੀਟ ਹੋ ਗਈ, ਤੁਸੀਂ ਆਪਣੇ ਕਸਟਮਰ ਦੇ ਨਾਲ ਫਿਰ ਉਹਨਾਂ ਨੂੰ ਪਹਿਲਾਂ ਅਪਰੂਵ ਕਰਦੇ ਆ, ਜਾਂ ਕਿ ਤੁਸੀਂ ਉਹ ਫਿਰ ਉਸ ਤੋਂ ਗਾਂ ਦਾ ਕੀ ਪ੍ਰੋਸੈਸ ਹੈ? ਉਹ ਰਿਸੈਪਸ਼ਨ ਨਾਲੇ ਜਿਹੜੇ ਹੈਡ ਹੈਗੇ ਆ, ਉਹਨਾਂ ਨੇ ਕੰਟੈਕਟ ਕਰਨਾ ਉਹਨਾਂ ਨਾਲ, ਕਲਾਇੰਟ ਨਾਲ, ਫਿਰ ਉਹੀ ਦੱਸਦੇ ਆ ਕਿ ਹਿਸਾਬ। ਕਦੀ ਕੋਈ ਤੁਹਾਡੀ ਐਕਸਪੀਰੀਅੰਸ ਚੇਂਜ ਹੋਇਆ ਕਿ ਤੁਸੀਂ ਕੋਈ ਲੇਆਊਟ ਕੀਤੀ ਆ, ਕੁਝ ਡਿਜ਼ਾਈਨ ਆ, ਸਾਰਾ ਕੁਝ ਬਣ ਗਿਆ, ਟਰੱਸ ਵੀ ਬਣ ਗਿਆ ਹੈਗੇ, ਸਾਰਾ ਕੁਝ ਹੋ ਗਿਆ, ਫਿਰ ਕਸਟਮਰ ਕਹੇ ਕਿ ਮੈਂ ਸੈਟੀਸਫਾਈ ਨਹੀਂ, ਕੁਛ ਆ ਇਦਾਂ ਨਹੀਂ ਸੀ ਹੋਣਾ? ਮੇਰੇ ਨਾਲ ਤਾਂ ਨਹੀਂ ਹੋਇਆ, ਉਦਾਂ ਇਦਾਂ ਹੁੰਦਾ ਆ, ਹੁੰਦਾ ਆ ਇਦਾਂ। ਜੀ, ਔਰ ਤੁਸੀਂ ਕਿੰਨਾ ਕਿ ਇੰਜੋਏ ਕਰਦੇ ਹੋ ਕੰਮ ਕਰਕੇ? ਬਹੁਤ ਵਧੀਆ ਆ, ਸੋ ਕੋਈ ਬਹੁਤ ਸਿੱਖਣ ਨੂੰ ਮਿਲਦਾ ਹੈ, ਨਾਲੇ ਸਿਟਿੰਗ ਜੌਬ ਆ, ਕੋਈ ਟੈਨਸ਼ਨ ਨਹੀਂ ਹੈਗੀ ਜ਼ਿਆਦੀ। ਜੀ, ਤੇ ਆ ਤੁਸੀਂ ਜਿਹੜਾ ਕੀਤਾ ਹੈਗਾ, ਇਹ ਕੀ ਕਰ ਰਹੇ ਹੈਗੇ, ਥੋੜਾ ਜਿਹਾ ਦੱਸੋਗੇ ਇਹਦੇ ਬਾਰੇ? ਇਹ ਸੀਗਾ ਡਿਜ਼ਾਈਨ ਸੀਗਾ ਕੋਈ ਜਤਿੰਦਰ ਡੂਰ ਜੀ ਦਾ, ਸੋ ਉਹਨਾਂ ਬਾਰੇ ਕੰਮ ਚੱਲ ਰਿਹਾ ਉਹਨਾਂ ਦਾ। ਜੀ, ਤੇ ਇਹ ਆ ਜਿਹੜਾ ਤੁਹਾਡੇ ਕੋਲ ਲੇਆਊਟ ਆ, ਇਹ ਤੁਸੀਂ ਸਾਰਾ ਡਿਜ਼ਾਈਨ ਕੀਤਾ ਹੈ? ਇਹ ਹੈਗਾ ਆਰਕੀਟੈਕਚਰ ਨੇ ਡਿਜ਼ਾਈਨ ਕੀਤਾ, ਮੈਂ ਇਹਦੇ ਟਰਸ ਡਿਜ਼ਾਈਨ ਕਰ ਰਹੇ ਆ। ਸੋ ਆਪਣਾ ਕੰਮ ਇਕੱਲਾ ਰੂਫ ਟਰਸ ਦਾ ਆ। ਸੋ ਇੰਨਾ ਕੰਮ ਹੈ ਆਪਣਾ। ਜੀ, ਸੋ ਤੁਸੀਂ ਇਹਦੇ ਟਰਸ ਤਿਆਰ ਕਰਕੇ ਹਾਂਜੀ, ਉਹ ਡਿਜ਼ਾਈਨ ਕਰ ਦਿੰਦੇ ਆਪਾਂ ਕਿੱਦਾਂ ਪੈਣੇ ਆ। ਦੈਟਸ ਇਟ ਜੀ। ਥੈਂਕ ਯੂ ਲਵਪ੍ਰੀਤ ਜੀ, ਬਹੁਤ ਵਧੀਆ ਲੱਗਾ ਤੁਹਾਡੇ ਨਾਲ ਗੱਲਬਾਤ ਕਰਕੇ। ਥੈਂਕ ਯੂ ਜੀ। ਔਰ ਥੈਂਕ ਯੂ, ਇੰਜੋਏ ਕਰੋ ਤੁਸੀਂ ਆਪਣੀ ਜੌਬ। ਲੁੱਕ ਲਾਈਕ ਜਿੱਦਾਂ ਡਰਾਇੰਗ ਨਹੀਂ ਕਰਦੇ ਹੁੰਦੇ। ਹਾਂਜੀ ਹਾਂਜੀ, ਬਸ ਉਹੀ ਚੀਜ਼ਾਂ ਹੀ ਉਹੀ ਹੈ, ਚੀਜ਼ਾਂ ਖੇਡਣਾ ਪੈਂਦਾ ਬਸ ਇਹਨਾਂ ਨਾਲ। ਖੇਡਣਾ ਪੈਂਦਾ। ਸੋ ਕੀਪ ਪਲੇਇੰਗ ਵਿਦ ਦ ਡਰੈਸ, ਖੇਡੀ ਜਾਓ ਤੁਸੀਂ ਇਹਨਾਂ ਦੇ ਨਾਲ, ਕਰੋ ਇੰਜੋਏ। ਪਰ ਥੈਂਕ ਯੂ ਫॉर योर ਟਾਈਮ। ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ ਜੀ। ਸੋ ਲਵਪ੍ਰੀਤ ਸਿੰਘ ਹੁਣਾਂ ਨਾਲ ਗੱਲ ਕੀਤੀ, ਉਹ ਡਿਜ਼ਾਈਨ ਕਰਦੇ ਨੇ, ਪਰ ਇਹਨਾਂ ਕੋ ਇੱਕ ਨਹੀਂ ਦੋ ਨਹੀਂ, ਇਹਨਾਂ ਕੋ 5-6 ਡਿਜ਼ਾਈਨਰ ਨੇ, ਜਿਹੜੇ ਕਿ ਜ਼ਰੂਰੀ ਨਹੀਂ ਕਿ ਤੁਸੀਂ ਕਿਸੇ ਇੱਕ ਕੋ ਆਉਣਾ। 5-6 ਡਿਜ਼ਾਈਨਰ ਨੇ, ਵੱਖ-ਵੱਖ ਇੱਥੇ ਐਕਸਪੀਰੀਅੰਸ ਬਹੁਤ ਆ। ਸੋ ਕੋਈ ਵੀ ਡਿਜ਼ਾਈਨ ਆ, ਕਿਸੇ ਤਰ੍ਹਾਂ ਦਾ ਵੀ ਤੁਸੀਂ ਲੇਆਊਟ ਲੈ ਕੇ ਆਉਂਦੇ ਆ, ਤੇ ਇਹ ਤੁਹਾਨੂੰ ਉਹ ਡਿਜ਼ਾਈਨ ਕਰਕੇ ਟਰੱਸ ਦੇਣਗੇ। ਸੋ ਇਹ ਤੇ ਹੋ ਗਈ ਡਿਜ਼ਾਈਨਿੰਗ, ਤੇ ਹੁਣ ਅਸੀਂ ਤੁਹਾਨੂੰ ਸੇਲਸ ਪਰਸਨ ਕੋ ਲੈ ਕੇ ਚੱਲਦੇ ਆ। ਸੋ ਅੱਜ ਅਸੀਂ ਤੁਹਾਨੂੰ BNB ਤੇ ਲੈ ਕੇ ਆਏ ਆ, ਤੇ ਹੁਣ ਮੇਰੇ ਨਾਲ ਮਾਈਕ ਆ, ਤੇ ਮਾਈਕ ਨੂੰ ਇਸ ਕੰਪਨੀ ਦੇ ਨਾਲ ਕੰਮ ਕਰਦੇ ਆ ਤਕਰੀਬਨ 23 ਤੋਂ 24 ਸਾਲ ਹੋ ਗਏ ਆ, ਔਰ ਬਹੁਤ ਲੰਬਾ ਐਕਸਪੀਰੀਅੰਸ ਇਹਨਾਂ ਦੇ ਕੋਲ, ਤੇ ਸੇਲਸਮੈਨ ਨੇ। ਆਲਸੋ ਇਹ ਡਿਜ਼ਾਈਨ ਵੀ ਕਰ ਲੈਂਦੇ ਨੇ ਟਰੱਸ। ਸੋ ਥੋੜਾ ਜਿਹਾ ਇਹਨਾਂ ਦੇ ਕੋਲੋਂ ਅਸੀਂ ਟਰੱਸਾਂ ਦੇ ਬਾਰੇ ਜਾਣਦੇ ਆ, ਔਰ ਹੋਰ ਕੀ ਕਰਦੇ ਨੇ ਉਹਦੇ ਬਾਰੇ ਵੀ ਇਹਨਾਂ ਦੇ ਕੋਲੋਂ ਜਾਣਦੇ ਆ। ਹਾਈ ਮਾਈਕ, ਹਾਊ ਆਰ ਯੂ? Hi, not too bad. How are you? I'm fine, thank you. Thank you for your time, first of all. Sure. Yeah. Mike, can you tell me a little bit about the trusses? Because I just finished talking with Lovepreet, Okay. and he told me for the designing. It's a totally new for me, because Right. I don't know anything about the trusses, right? Yeah. And can you just tell me a little bit about it? Yeah, the trusses would be a part of the roof when somebody's building the house. So what they do is they're going to bring the plan here. So based on the plan, we create a layout for the roof, and then we design it structurally. We put price on it and then give it to the customer. If the customer is happy, order it, and then we're going to take care of the part of that. So Yeah. Okay. Back then, it's very easy. Like, it's a very simple house. But in these days, No, it's so complicated. very complicated. Every time, like, people change their Yeah. housing design and That's their right, yeah. layout. How complicated is that? comparing with like 20 years ago, it's, I would say, 10 times complicated than that time. So that's why we do everything with the computer. There is a special software for it to design it. In old time, there was no software. Everybody doing by hand, but that was simple. But in this day, no, it has to be. And also, there's a big price changes in these days, because back then, the houses prices are not that high, right? Right. But now the normal houses start with $1 million, right? Yeah, And we don't go that way. We go by lumber price. So if the lumber prices goes up and down,
we adjust it based How on that. often the prices bounce? If the consumption of the lumber price is too high, automatically the lumber price goes high. Or in this day, there is something related with U.S. lumber, and that's affect the lumber price as well. So means for us, if the house is expensive, we don't put price high. No, we go by lumber. So that's why we do. So you guys give the customer quotation first, Right. then they decide? Yeah. Do they just shop around with the other It companies as depends. well? It depends. We have some customer within dealing with B&B for years. They don't get any prices from any other company. They just trust us. Whatever we're gonna give it to them, they say, "Oh, it's okay. Go ahead, send it." Means like 2 weeks or 3 weeks, or whenever he wants. But there is some other customer they shop around. But as our policy is, we take care of the customer in terms of customer service. If there is any issue, we go to job site right away and take care of that. So that's our B&B policy. So, You've been working with B&B for almost like 23, 24 years yeah, now. it's almost. And is there any experience, like bad or good experience with this industry, like with the B&B Trust, like with the customer or anything you want to share with us? I mean, if there is some time there is some sort of one truss is wrong or something, either we're going to communicate with the framer or builder, or go to job site to fix the problem, and then make the customer happy. Is that really hard to fix it? Like say somebody just designed the truss, like it's not match up with the layout, it's the wrong truss, and how hard to fix that? It's very little happen because in this day our software is very complicated software. So go by the plan. We don't have that issue like that to make a huge problem. No. Okay. So people email to the receptionist first Yeah. for the layout, then she send that to the designer. Right. Then designer come to you, then you're the salesperson. Yeah. And then after you with those designs or the quotation is done, everything is done, then what was the next process? When the quotation is done, we email it to. In this day, everything is email. From the beginning, there is no paperwork or customer coming. Mostly, Dealing with I would say- customers, I so would say- everything is online. I would say 98% is based on the email. Email plan comes, and we work on it, and then price it, and then send it to the customer. Customer looking at it, happy, email it back, say go ahead. Do they negotiate the price as well? Like a lot of like bargaining the prices? Our policy is based on the management is we don't match with any other company because our price is right price, and then that's what it is. And as I said, we have some customer they don't like to go shop around. Just trust us and then order, and we go from that point. That's great. Thank you for your information. Thank you for your time, and Sure. that was really great. And I learned something new. All I see the paper and the houses design and all that, and I don't know how complicated is that. Okay. But you have a lot of experience, almost 24 years. Thank you very much for your time. Thank you very much. Thank you. Thank you for coming. ਸੋ ਗੇੜੀ ਰੋਡ ਦੇ ਵਿੱਚ ਅੱਜ ਅਸੀਂ ਤੁਹਾਨੂੰ ਲੈ ਕੇ ਆਏ ਸੀ B&B ਟਰਸਟ ਤੇ। ਸੋ ਗੇੜੀ ਰੋਡ 'ਚ ਮੇਰੀ ਹਮੇਸ਼ਾ ਕੋਸ਼ਿਸ਼ ਹੁੰਦੀ ਕਿਤੇ ਤੁਹਾਨੂੰ ਵਧੀਆ ਜਗ੍ਹਾ ਤੇ ਲੈ ਕੇ ਜਾਵਾਂ, ਪਰ ਰੂਫਟਾਪ ਟਰਸਟ ਦੀ ਜਦੋਂ ਗੱਲ ਆਉਂਦੀ ਹੈ, ਸੁਪਨਿਆਂ ਦੇ ਘਰ ਬਣਾਉਣ ਦੀ ਜਦੋਂ ਗੱਲ ਆਉਂਦੀ ਹੈ, ਤੇ ਹਮੇਸ਼ਾ ਦਿਲ ਕਰਦਾ ਕਿ ਕੁਛ ਅਸੀਂ ਦੇਖ ਲਈਏ ਕਿ ਕਿੱਥੇ ਬਣਦੇ ਆ, ਕੌਣ ਬਣਾ ਰਿਹਾ, ਕੀ ਕਰਨਾ ਪੈਂਦਾ ਆ। ਸੋ B&B ਤੇ ਤੁਹਾਡੀ ਲੇਆਊਟ ਪਹੁੰਚ ਗਈ ਆ, ਉਸ ਤੋਂ ਬਾਅਦ ਡਿਜ਼ਾਈਨਰ ਦੇ ਕੋਲ ਪਹੁੰਚ ਗਈ ਆ, ਉਹਨੇ ਟਰਸਟ ਡਿਜ਼ਾਈਨ ਕਰ ਦਿੱਤੇ ਆ, ਤੇ ਉਸ ਤੋਂ ਬਾਅਦ ਸੇਲਜ਼ਮੈਨ ਦੇ ਕੋਲ ਆ ਗਈ ਆ। ਸੋ ਸੇਲਜ਼ਮੈਨ ਨੇ ਉਹਦੀ ਕੋਟੇਸ਼ਨ ਜਿਹੜੀ ਭੇਜ ਦਿੱਤੀ ਆ, ਤੇ ਉਸ ਤੋਂ ਬਾਅਦ ਜਿਹੜਾ ਤੁਹਾਡੀ ਲੇਆਊਟ ਆ ਉਹ ਗਾਂਹ ਕਿੱਥੇ ਜਾਂਦੀ ਆ ਇਹ ਵੀ ਪਤਾ ਕਰਨਾ ਹੀ ਪੈਣਾ ਨਾ। ਸੋ ਗੇੜੀ ਰੂਟ ਕੀਪ ਵਾਚਿੰਗ, ਪਰ ਹੁਣ ਅਸੀਂ ਦੇਖਦੇ ਹਾਂ ਕਿ ਲੇਆਊਟ ਕਿੱਥੇ ਜਾ ਰਹੀ ਹੈਗੀ ਆ।
ਸੋ ਗੇੜੀ ਰੂਟ ਦੇ ਵਿੱਚ ਅੱਜ ਅਸੀਂ ਤੁਹਾਨੂੰ ਦੱਸ ਰਹੇ ਹਾਂ ਕਿ ਟਰੱਸਸ ਬਣਦੇ ਕਿਵੇਂ ਆ। ਸੋ ਜਿਵੇਂ ਪਹਿਲਾਂ ਗੱਲ ਕੀਤੀ ਸੀ ਕਿ ਲੇਆਊਟ ਆ ਗਈ ਰਿਸੈਪਸ਼ਨ ਤੇ ਉਸ ਤੋਂ ਬਾਅਦ ਡਿਜ਼ਾਈਨਰ ਕੋਲ ਚਲੇ ਗਈ ਹੈ, ਡਿਜ਼ਾਈਨਰ ਤੋਂ ਬਾਅਦ ਸੇਲਸ ਪਰਸਨ ਕੋਲ ਚਲੇ ਗਈ ਆ, ਉਹਨੇ ਕੋਟੇਸ਼ਨਸ ਭੇਜ ਦਿੱਤੀਆਂ ਕਸਟਮਰ ਨੂੰ, ਕਸਟਮਰ ਨੇ ਉਸ ਨੂੰ ਦੇਖਿਆ ਆ, ਉਹਨਾਂ ਨੇ ਅਪਰੂਵ ਕਰਕੇ ਵਾਪਸ ਭੇਜੀਆਂ ਸੇਲਸਮੈਨ ਦੇ ਕੋਲ। ਉਸ ਤੋਂ ਬਾਅਦ ਫਿਰ ਜਿਹੜੀਆਂ ਉਹ ਲੇਆਊਟ ਆ, ਜਿਹੜੇ ਉਹ ਪਲਾਨ ਆ, ਡਿਜ਼ਾਈਨ ਆ, ਉਹ ਡੇਵ ਦੇ ਕੋਲ ਆਉਂਦੇ ਆ। ਤੇ ਹੁਣ ਅਸੀਂ ਡੇਵ ਦੇ ਨਾਲ ਗੱਲ ਕਰਦੇ ਹਾਂ, ਜਾਣਦੇ ਹਾਂ ਕਿ ਡੇਵ ਦੀ ਕੀ ਜੌਬ ਆ, ਐਕਚੁਅਲ ਦੇ ਵਿੱਚ ਡੇਵ ਕੀ ਕਰਦੇ ਹੈਗੇ ਆ। ਸੋ ਇਹਨਾਂ ਤੋਂ ਬਾਅਦ ਗਾਂਹ ਕਿੱਥੇ ਜਾਣਾ ਉਹ ਵੀ ਲੈ ਕੇ ਚੱਲਦੇ ਹਾਂ, ਪਰ ਪਹਿਲਾਂ ਡੇਵ ਦੇ ਨਾਲ ਗੱਲ ਕਰਦੇ ਹਾਂ। ਹੈਲੋ ਡੇਵ, how are you? Good, thank you. Thank you for your time, Dave. Can you just tell me a little bit about the trusses? Like when the layout is all done, everything is finished, salesman finished his job, and the designer is finished it, customer approved, everything is done. And what's your job? Well, once all the layout is done and that package comes to me, I design the individual trusses. So do the engineering for the trusses as they fit together for the job, and kind of double check everything that's gone on prior to that. Okay. And if there's any changes, anything design is not perfectly, then it goes back to the designer, or you have to check with the customer? Well, I'll talk to the salesman or the customer as needed, but basically it's more the engineering side of things as opposed to the architectural side of things that have happened before. And how long you been doing this, Dave? Oh, 26 years. Wow, that's a long time. And but in these days, a lot of things are changed. The housing designing is totally difficult. So back in like say 90s or 80s, or now it's 2020. So what's the big difference? Everything's automated now. Everything's on the computer. Whether it's here or outside in the shop, it's all done by computer. Back then, it was all done by hand. You know, pencil and paper and calculation. So that's. Is it that more easier? Like back in 90s, 80s, everything's by pen and pencils and paper. We use a lot, but now everything by computer. So is that a lot easier? Well, the demands were always chasing the technology, or vice versa. So the more technology there was, the more the customer or the architect wanted. So it's kind of a chicken and egg thing. Sometimes demands for technology, and other times it was the technology was there, so let's use it, and it became more technical and more complicated from there. And when you done everything, everything is done from you, and you design the trusses, and then what was the next step? After here, it goes through to production. So it gets double checked, and then we prepare it for the shop so that it's easy for the shop to build everything, and everything gets transmitted, either the paperwork and electronically on the computer system. So they just download it on the saw, and the saw cuts it from the computer design. Oh, that's great. Thank you very much for your time, Dave, and that was really great information you give us, because I totally don't know anything about trusses. So I'm very excited to go back in the shop and see how they make the trusses. But thank you for your time. Good. Thank Thank you. you. Thank you. ਸੋ ਡੇਵ ਦੇ ਰੂਮ ਚੋਂ ਤਾਂ ਅਸੀਂ ਬਾਹਰ ਆ ਗਏ। ਉਹਨਾਂ ਨੇ ਸਾਨੂੰ ਦੱਸਿਆ ਕਿ ਫਾਈਨਲ ਜਿਹੜੇ ਉਹ ਟਰੱਸ ਡਿਜ਼ਾਈਨ ਕਰਦੇ ਨੇ। ਹੁਣ ਬਹੁਤ ਜ਼ਿਆਦਾ ਮੈਨੂੰ ਵੀ ਬਹੁਤ ਜ਼ਿਆਦਾ ਕਿਉਰਿਓਸਿਟੀ ਜੀ ਨਹੀਂ ਹੁੰਦੀ ਕਿ ਇਹ ਗਾਂਹ ਕੀ ਹੋਣਾ ਹੈਗਾ ਆ। ਸੋ ਗਾਂਹ ਟਰੱਸ ਕਿੱਥੇ ਜਾਂਦੇ ਆ, ਉਹ ਜਿਹੜਾ ਡਿਜ਼ਾਈਨ ਆ, ਲੇਆਊਟ ਆ, ਕਿਹਦੇ ਕੋਲ ਆਉਂਦਾ। ਤੇ ਮੈਂ ਪਹਿਲਾਂ ਹੀ ਫਾਈਂਡ ਆਊਟ ਕਰ ਲਿਆ ਕਿ ਜੋਗਾ ਸਿੰਘ ਥਿੰਦ ਹੋਣਾ ਕੋ ਆਉਂਦਾ। ਸੋ ਹੁਣ ਜੋਗਾ ਸਿੰਘ ਹੋਣਾ ਨਾਲ ਗੱਲ ਕਰਦੇ ਆ। ਹਾਂਜੀ ਜੋਗਾ ਜੀ, ਸਤਿ ਸ਼੍ਰੀ ਅਕਾਲ ਜੀ। ਕੀ ਹਾਲ ਹੈ ਜੀ ਤੁਹਾਡਾ? ਠੀਕ ਹੈ, ਤੁਸੀਂ ਦੱਸੋ। ਬਹੁਤ ਵਧੀਆ। ਤੇ ਅੱਜ ਮੈਂ ਬਹੁਤ ਕੁਝ ਸਿੱਖ ਰਹੀ ਹਾਂ। ਮੈਂ ਸੁਣਿਆ ਸੀ ਟਰੱਸ ਕਿਵੇਂ ਬਣਦੇ ਆ, ਪਰ ਇੰਨਾ ਲੰਬਾ ਪ੍ਰੋਸੈਸ ਹੈ ਮੈਂ ਪਹਿਲੀ ਵਾਰ ਦੇਖ ਰਹੀ ਹੈਗੀ ਜੀ। ਤੇ ਲੇਆਊਟ ਆ ਗਈ, ਰਿਸੈਪਸ਼ਨ ਤੋਂ ਚੱਲੀ, ਹੌਲੀ ਹੌਲੀ ਡੇਵ ਹੋਣਾ ਨੇ ਫਾਈਨਲ ਕਰਤੀ ਤੇ ਤੁਹਾਡੇ ਕੋਲ ਆ ਗਈ। ਤੁਹਾਡੀ ਕੀ ਜੌਬ ਹੈ ਜੀ? ਹਾਂਜੀ, ਜਦੋਂ ਦੇਵ ਸਾਰਾ ਡਿਜ਼ਾਈਨ ਕਰਦਾ ਤੇ ਉਹ ਮੇਰੇ ਕੋਲ ਆ ਜਾਂਦਾ ਫਾਈਨਲ ਚੈੱਕਅਪ ਕਰਨ ਲਈ। ਆਲ ਦਾ ਡਾਈਮੈਂਸ਼ਨ ਤੇ ਜੋ ਪੇਪਰ ਵਰਕ ਦੇ ਉੱਤੇ ਜਿਹੜਾ ਡਿਜ਼ਾਈਨ ਹੈਗਾ ਉਹ ਮੈਚ ਕਰਦਾ ਲੇਆਊਟ ਨਾਲ। ਫਿਰ ਮੈਂ ਪਹਿਲਾਂ ਉਹ ਚੈੱਕ ਕਰਦਾ, ਫਿਰ ਉਹ ਚੈੱਕ ਕਰਨ ਤੋਂ ਬਾਅਦ ਜਿੱਦਾਂ ਮੈਂ ਫਿਰ ਕਸਟਮਰ ਨਾਲ ਕੰਟੈਕਟ ਕਰਦਾ ਵੀ ਜਿਹੜੀ ਡਿਲੀਵਰੀ ਆ ਵੀ ਤੁਹਾਨੂੰ ਕਦੋਂ ਨੂੰ ਚਾਹੀਦੀ ਆ, ਵੀ ਉਸ ਹਿਸਾਬ ਨਾਲ ਫਿਰ ਜਿੱਦਾਂ ਸਾਰਾ ਪੇਪਰ ਵਰਕ ਬਣਾ ਕੇ ਫਿਰ ਸ਼ੌਪ ਦੇ ਉੱਤੇ ਭੇਜ ਦਿੱਤਾ ਜਾਂਦਾ। ਫਿਰ ਸ਼ੌਪ ਦੇ ਵਿੱਚ ਕੱਟ ਹੁੰਦਾ ਆ ਤੇ ਉਹ ਕੱਟ ਕੇ ਫਿਰ ਵੱਖਰੇ ਵੱਖਰੇ ਟੇਬਲਾਂ ਨੂੰ ਭੇਜਦੇ ਆ। ਤੇ ਕਿੰਨੇ ਕੁ ਟਾਈਮ ਦੀ ਤੁਸੀਂ ਦੱਸਦੇ ਹੈਗੇ ਡਿਲੀਵਰੀ ਕਿੰਨੇ ਕੁ ਟਾਈਮ 'ਚ ਦਿੰਦੇ ਆ? ਕਿੰਨਾ ਕੁ ਕਈ ਕਸਟਮਰ ਨੂੰ ਰਸ਼ ਵੀ ਹੁੰਦਾ ਆ? ਮੋਸਟ ਲਾਈਕਲੀ ਕਸਟਮਰ ਦੀ ਡਿਮਾਂਡ 'ਤੇ ਹੁੰਦਾ। ਅਸੀਂ ਕਾਫੀ ਫਲੈਕਸੀਬਲ ਹਾਂ, ਜਿੱਦਾਂ ਉਹਨੂੰ ਚਾਹੀਦਾ ਆ
ਅਸੀਂ ਤਕਰੀਬਨ ਉਸ ਹਿਸਾਬ ਨਾਲ ਸ਼ਿਪ ਕਰੀ ਦਈਦਾ। ਵੈਸੇ ਤੁਹਾਡੀ ਕੀ ਡਿਲੀਵਰੀ ਦਾ ਟਾਈਮ ਹੁੰਦਾ, ਕਿੰਨਾ ਕੁ ਪੀਰੀਅਡ ਟਾਈਮ ਦਿੰਦੇ ਤੁਸੀਂ ਵਿੱਚ? ਮੋਸਟਲੀ ਬਿਟਵੀਨ 2 to 3 ਡੇਜ਼, ਸਮ ਟਾਈਮ ਬਿਜੀ ਸੈਸ਼ਨ ਦੇ ਵਿੱਚ ਵੀਕ ਹੋ ਜਾਂਦਾ। ਹੂੰ। ਤੇ ਆਮ ਤੌਰ ਕਿੰਨੇ ਤੇ ਟਾਈਮ ਤੋਂ ਤੁਸੀਂ ਜੋਗਾ ਜੀ ਇਹ ਕੰਮ ਕਰ ਰਹੇ ਹੋ? ਮੈਨੂੰ 26 ਸਾਲ ਕੁਛ ਮਹੀਨੇ ਹੋ ਗਏ ਆ। 26 ਸਾਲ ਕੁਛ ਮਹੀਨੇ ਹੋ ਗਏ ਆ। ਤੇ ਤੁਸੀਂ ਜਦੋਂ ਇਹ ਫਿਰ ਤੁਸੀਂ ਸ਼ਾਪ ਦੇ ਵਿੱਚ ਭੇਜਣਾ ਹੈਗਾ ਇਹ ਸਾਰਾ ਲੇਆਊਟ ਜਿਹੜੀ ਆ, ਹਾਂਜੀ, ਤੇ ਸ਼ਾਪ ਦੇ ਵਿੱਚ ਤੁਸੀਂ ਆ ਪੇਪਰ ਦੇਣੇ ਆ ਕਿ ਜਾਂ ਉਹ ਵੀ ਸਾਰਾ ਇਲੈਕਟ੍ਰੋਨਿਕ ਬਾਈ ਈਮੇਲ ਹੀ ਸਾਰਾ ਕੰਪਿਊਟਰਾਈਜ਼ਡ ਹੀ? ਜਿਹੜਾ ਅੱਜ ਕੱਲ੍ਹ ਨਵੀਂ ਟੈਕਨੀਕ ਦਾ ਵਧੀਆ ਟੈਕਨੀਕ ਆ, ਉਹ ਅਸੀਂ ਅੰਦਰੋਂ ਕੰਪਿਊਟਰ ਤੇ ਭੇਜ ਦਿੰਦੇ ਆ, ਪਰ ਉਹਨਾਂ ਨੂੰ ਬਣਾਉਣ ਲਈ ਪੇਪਰ ਵਰਕ ਜ਼ਰੂਰ ਚਾਹੀਦਾ ਹੁੰਦਾ। ਫਿਰ ਅਸੀਂ ਉਹ ਜਿਸ ਟੇਬਲ ਤੇ ਬਣਨਾ ਹੁੰਦਾ ਸੀ ਉਸ ਹਿਸਾਬ ਨਾਲ ਲਾਈਨ ਲਾ ਕੇ ਅਸੀਂ ਸੋਈਏ ਨੂੰ ਫੜਾਈਦੇ ਆ, ਤੇ ਫਿਰ ਉਹ ਆਪਣੇ ਹਿਸਾਬ ਨਾਲ ਕੱਟ ਕੇ ਗਾਂ ਟੇਬਲਾਂ ਤੇ ਡਿਵਾਈਡ ਕਰ ਦਿੰਦੇ ਆ। ਤੇ ਜੋਗਾ ਜੀ ਆਏ ਦਿਨ ਕੁਛ ਨਾ ਕੁਛ ਨਵਾਂ ਆਉਂਦਾ ਰਹਿੰਦਾ, ਘਰਾਂ ਦੇ ਵਿੱਚ ਕੁਛ ਚੇਂਜ ਹੁੰਦਾ ਰਹਿੰਦਾ, ਇਹਦੇ ਲਈ ਫਿਰ ਤੁਸੀਂ ਆਪਣੇ ਆਪ ਨੂੰ ਕਿਵੇਂ ਅਪਡੇਟ ਰੱਖਦੇ ਹੈਗੇ? ਐਵਰੀ ਡੇ ਹਰ ਕੋਈ ਬੰਦਾ ਕੁਛ ਨਾ ਕੁਛ ਲਰਨ ਕਰਦਾ। ਮੈਨੂੰ 26 ਸਾਲ ਪਲੱਸ ਹੋ ਗਿਆ, ਮੈਂ ਐਵਰੀ ਡੇ ਨਿਊ ਥਿੰਗ ਦੇਖਦਾ। ਕੀ ਬਾਤ ਹੈ। ਬੜਾ ਇੰਟਰਸਟਿੰਗ ਹੈ, ਦੇਖੋ ਖੇਲੀ ਜਾਈਦੀ ਆ, ਬੜਾ ਵਧੀਆ ਕੰਮ ਕਰੀਦਾ। ਸੋ ਬਲੌਗ ਬਣਾਉਂਦੇ ਰਹਿੰਦੇ, ਘਰ ਬਣਾਉਂਦੇ ਰਹਿੰਦੇ ਆ, ਡਿਜ਼ਾਈਨ ਕਰਦੇ ਰਹਿੰਦੇ ਆ। ਹਾਂਜੀ। ਤੇ ਜਦੋਂ ਫਿਰ ਸ਼ਾਪ ਦੇ ਵਿੱਚ ਚਲੇ ਗਿਆ ਉਸ ਤੋਂ ਬਾਅਦ ਤੁਹਾਡੀ ਕੀ ਜੌਬ ਹੁੰਦੀ ਹੈ? ਫਿਰ ਮੇਰੀ ਜੌਬ ਇਹ ਹੁੰਦੀ, ਫਿਰ ਮੈਂ ਦੇਖਣ ਜਾਂਦਾ ਐਵਰੀ ਡੇ 2 ਟਾਈਮ ਵੀ ਸ਼ਾਪ ਕਿੱਦਾਂ ਬਣਾਉਂਦੀ ਹੈ। ਨਾਲ ਮੈਂ ਕੁਆਲਿਟੀ ਕੰਟਰੋਲਰ ਵੀ ਹਾਂ, ਤੇ ਮੈਂ ਕੁਆਲਿਟੀ ਦਾ ਜੋ ਪਲੇਟਾਂ ਲਾਉਂਦੇ ਆ ਮੁੰਡੇ, ਮੈਂ ਉਹ ਸਾਰਾ ਕੁਝ ਚੈੱਕ ਕਰਦਾ ਵੀ ਸਾਡੀ ਕੁਆਲਿਟੀ ਜਿਹੜੀ ਆ WWTA ਨੂੰ ਮੀਟ ਕਰਦੀ ਆ ਔਰ ਐਕਸੀਡ ਕਰਦੀ ਆ। ਮੇਰਾ ਰੈਗੂਲਰ ਕੰਮ ਇਹ ਹੈਗਾ, ਮੈਂ 7 ਤੋਂ 8 ਟਰੱਸ ਰੋਜ਼ ਚੈੱਕ ਕਰਦਾ। ਤੇ ਕਦੇ ਕੋਈ ਇਸ਼ੂ ਆਇਆ ਕੁਆਲਿਟੀ ਨੂੰ ਲੈ ਕੇ? ਵੈਰੀ ਰੇਅਰ, ਮੋਸਟਲੀ 99.9% ਟਰੱਸ ਯਾਰ ਓਕੇ। ਥੈਂਕ ਯੂ ਵੈਰੀ ਮਚ, ਬੜੀ ਵਧੀਆ ਤੁਸੀਂ ਸਾਨੂੰ ਇਨਫੋਰਮੇਸ਼ਨ ਦਿੱਤੀ ਜੋਗਾ ਜੀ। ਥੈਂਕ ਯੂ ਫॉर योर ਟਾਈਮ। ਥੈਂਕ ਯੂ ਜੀ, ਥੈਂਕ ਯੂ ਵੈਰੀ ਮਚ। ਸੋ ਗੇੜੀ ਰੂਟ ਦੇ ਵਿੱਚ ਅਸੀਂ ਤੁਹਾਨੂੰ B&B ਟਰੱਸਟ ਤੇ ਲੈ ਕੇ ਆਏ ਹਾਂ, ਜਿੱਥੇ ਅਸੀਂ ਤੁਹਾਨੂੰ ਇਹ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਟਰੱਸਟ ਬਣਦੇ ਕਿਵੇਂ ਆ। ਸੋ ਰਿਸੈਪਸ਼ਨ ਤੋਂ ਸ਼ੁਰੂ ਹੋ ਕੇ ਅਸੀਂ ਸਾਰੇ ਡਿਪਾਰਟਮੈਂਟ ਦੇ ਇੱਕ ਕਰਕੇ ਗੱਲਬਾਤ ਕੀਤੀ ਕਿ ਕਿਹੜੀਆਂ ਪ੍ਰੋਸੈਸਿੰਗ ਦੇ ਵਿੱਚ ਦੀ ਲੰਘ ਕੇ ਜਾਂਦੀ ਹੈ ਲੇਆਊਟ। ਸੋ ਜਦੋਂ ਪ੍ਰੋਡਕਸ਼ਨ ਦੇ ਕੋਲੋਂ ਜਾਂਦੀ ਆ ਤੇ ਪਿੱਛੇ ਪਲਾਂਟ ਵਿੱਚ ਜਾਣੀ ਹੁੰਦੀ ਆ। ਸੋ ਪਲਾਂਟ ਦੇ ਵਿੱਚ ਸੁਪਰਵਿਜ਼ਨ ਜਿੰਨੀ ਵੀ ਕਰਦੇ ਹੈਗੇ ਆ ਗੁਰਪ੍ਰੀਤ ਸਿੰਘ ਸੰਧੂ ਕਰਦੇ ਆ। ਸੋ ਸਾਡੇ ਨਾਲ ਗੁਰਪ੍ਰੀਤ ਨੇ, ਇਹਨਾਂ ਦੇ ਨਾਲ ਗੱਲਬਾਤ ਕਰਦੇ। ਹਾਂਜੀ ਗੁਰਪ੍ਰੀਤ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਥੈਂਕ ਯੂ ਤੁਹਾਡੇ ਟਾਈਮ ਦੇ ਲਈ। ਤੇ ਅਸੀਂ ਅੱਜ ਗੇੜੀ ਰੂਟ ਦੇ ਵਿੱਚ ਦਿਖਾ ਰਹੇ ਸੀ ਆਪਣੇ ਦਰਸ਼ਕਾਂ ਨੂੰ ਕਿ ਟਰੱਸਟ ਬਣਦੇ ਕਿਵੇਂ। ਸੋ ਅਸੀਂ ਅੰਦਰੋਂ ਤੇ ਸਾਰਾ ਦੇਖ ਲਿਆ ਕਿ ਕਿਵੇਂ ਬਣਦੇ ਆ, ਤੇ ਹੁਣ ਅਸੀਂ ਪਿੱਛੇ ਜਾਣਾ ਚਾਹੁੰਦੇ ਸੀਗੇ ਸ਼ਾਪ ਦੇ ਵਿੱਚ ਕਿ ਉੱਥੇ ਬਣਦੇ ਕਿਵੇਂ ਆ। ਪਰ ਉਹ ਜਾਣ ਤੋਂ ਪਹਿਲਾਂ ਕਹਿੰਦੇ ਤੁਹਾਡੇ ਹੱਥਾਂ 'ਚ ਆਉਂਦੀ ਹੈ ਲੇਆਊਟ, ਤੇ ਤੁਹਾਡੀ ਕੀ ਜੌਬ ਹੁੰਦੀ, ਤੁਸੀਂ ਕੀ ਕਰਦੇ ਹੋ ਉਸ ਲੇਆਊਟ ਦਾ? ਅਸੀਂ ਜੀ ਜਦੋਂ ਲੇਆਊਟ ਆਉਂਦੀ ਹੈ ਜੀ, ਉਹਨਾਂ ਨੂੰ ਪਹਿਲਾਂ ਅਸੀਂ ਆਰਿਆਂ ਦੇ ਉੱਤੇ ਪਾਈਦਾ ਕੰਪਿਊਟਰ ਦੇ ਥਰੂ। ਫਿਰ ਉਹ ਕੰਪਿਊਟਰ ਦੇ ਥਰੂ ਜਿੱਦਾਂ ਆਰੇ ਸਾਰੇ ਸਾਡੇ ਉਹਨੂੰ ਕੱਟ ਕੇ ਮਟੀਰੀਅਲ ਨੂੰ ਬੱਗੀਆਂ ਦੇ ਉੱਤੇ ਰੱਖਦੇ ਆ ਮੁੰਡੇ। ਜਦੋਂ ਮੁੰਡੇ ਜਿਹੜੇ ਬੱਗੀਆਂ ਦੇ ਉੱਤੇ ਰੱਖਦੇ ਉਹ ਇਸ ਹਿਸਾਬ ਨਾਲ ਐਡਜਸਟ ਕੀਤੇ ਹੁੰਦੇ ਕਿ ਕਿਹੜੇ ਟੇਬਲ ਨੇ ਕੀ ਬਣਾਉਣਾ। ਕਿਸੇ ਟੇਬਲ ਨੇ ਵੱਡੇ ਪੀਸ ਬਣਾਉਣੇ, ਕਿਸੇ ਨੇ ਛੋਟੇ ਬਣਾਉਣੇ। ਉਹ ਸਾਰੇ ਫਿਰ ਜਿੱਦਾਂ ਮੁੰਡਿਆਂ ਨੇ ਬਣਾਉਣੇ ਆ ਤਾਂ ਉਹ ਆਪਾਂ ਫਿਰ ਜਿੱਦਾਂ ਉਹਨਾਂ ਨੂੰ ਉਸ ਹਿਸਾਬ ਨਾਲ ਸਮਾਨ ਸਾਰਾ ਦੇ ਦਈਦਾ ਬੰਦਿਆਂ ਨੂੰ ਕਿ ਕਿਹੜੇ ਟੇਬਲ ਕੋ ਕੀ ਜਾਣਾ। ਫਿਰ ਉਹਨਾਂ ਦੇ ਮਗਰ ਆਪਾਂ ਧਿਆਨ ਰੱਖਣਾ ਹੁੰਦਾ ਕਿ ਕਿਸੇ ਟੇਬਲ ਤੇ 4 ਬੰਦੇ ਲੱਗੇ ਆ, ਕਿਸੇ ਤੇ 3 ਲੱਗੇ ਆ, ਆਰੇ ਤੇ ਕਿਸੇ ਤੇ ਆਰੇ 1 ਤੇ 2 ਬੰਦੇ ਲੱਗੇ ਆ, 1 ਤੇ 2 ਤੇ 1 ਲੱਗੇ ਆ। ਜਿੰਨੇ ਵੀ ਆਰੇ ਆ ਆਪਣੇ ਸਾਰੇ ਆਟੋਮੈਟਿਕ ਆ। ਕਿਸੇ ਨੂੰ ਕੋਈ ਜਿੱਦਾਂ ਕੋਈ ਨਹੀਂ ਆਰੇ ਨੇ ਆਪੇ ਚੱਕ ਕੇ ਲਿਆਉਣਾ ਤਾਂ ਆਪੇ ਹੀ ਕੱਟਣਾ ਉਹਨੇ ਆਰੇ ਨੇ ਸਮਾਨ। ਸੋ ਜਿਹੜੀਆਂ ਜੌਬਸ ਆ ਜਿੱਦਾਂ ਕੰਪਿਊਟਰ ਦੇ ਵਿੱਚ ਤੁਸੀਂ ਫੀਡ ਕਰ ਦਿੰਦੇ ਆ, ਜਿਹੜੀ ਜੌਬ ਹੁੰਦੀ ਆ ਤੁਸੀਂ ਦੱਸ ਦਿੰਦੇ ਆ ਜਿਹੜੇ ਮੁੰਡੇ ਕੰਮ ਕਰਦੇ ਆ ਵੀ ਕਿਹਦੀ ਡਿਊਟੀ ਕਿੱਥੇ ਆ? ਹਾਂਜੀ, ਉਹ ਜੋਬ ਇਸ ਹਿਸਾਬ ਨਾਲ ਫੀਡ ਕਰਨੀ ਪੈਂਦੀ ਹੁੰਦੀ ਟੇਬਲ ਦੇ ਹਿਸਾਬ ਨਾਲ। ਜਿਹੜਾ ਹੁਣ ਵੱਡਾ ਟੇਬਲ ਆ ਉਹਦੇ ਟੇਬਲ ਦੇ ਵਿੱਚ ਆਪਾਂ ਵੱਡੇ ਟਰੱਸ ਫੀਡ ਕਰਨੇ ਆ, ਤੇ ਜਿਹੜੇ ਛੋਟਾ ਟੇਬਲ ਆ ਉਹ 'ਚ ਛੋਟੇ ਟਰੱਸ। ਫਿਰ ਉਹ ਮੁੰਡਿਆਂ ਨੇ ਜਿਹੜਾ ਉਸ ਟੇਬਲ ਤੇ ਮੁੰਡਾ ਲੱਗਾ ਉਹਨੇ ਜਦੋਂ ਆਪਣੀ ਜੌਬ ਉਹ ਖੋਲ੍ਹਣੀ ਆ ਤਾਂ ਉਹਨੂੰ ਆਟੋਮੈਟਿਕਲੀ ਪਤਾ ਲੱਗ ਜਾਣਾ ਕਿ ਮੇਰੇ ਕੋਲ ਸਿਰਫ ਇਸ ਘਰ ਦੇ ਆਹੀ ਟਰੱਸ ਆਏ ਜਿਹੜੇ ਮੈਂ ਬਣਾਉਣੇ ਆ। ਤੇ ਉਹ ਜੇ ਉਹਨਾਂ 'ਚ ਬੰਦਾ ਕੋਈ ਘੱਟ ਜਾਂਦਾ ਕਈ ਵੇਲੇ ਤਾਂ ਫਿਰ ਅਸੀਂ ਆਪ ਵੀ ਲੱਗ ਜਾਈਦਾ, ਜਾਂ ਕਈ ਵੇਲੇ ਕੋਈ ਰਸ਼ ਆ ਗਿਆ ਤਾਂ ਕਈ ਆਰਡਰ ਜਿੱਦਾਂ ਫਿਰ ਉਹਨੂੰ ਹੋਲਡ ਵੀ ਕਰ ਦਿੰਦੇ। ਜਿੱਦਾਂ ਹੁਣ ਕਿ ਜੇ ਕੋਈ ਕੱਲ੍ਹ ਨੂੰ ਆਰਡਰ ਜਾਣਾ ਤੇ ਕੋਈ ਅੱਜ ਕਿਸੇ ਨੇ ਐਮਰਜੈਂਸੀ ਅੰਦਰੋਂ ਘੱਲ ਦਿੱਤਾ ਇਹਨਾਂ ਨੇ ਆਰਡਰ, ਤੇ ਫਿਰ ਉਹ ਗਾਂਹ ਪਛਾਂ ਵੀ ਕਰ ਦਿੰਦੇ। ਤੇ ਇਸ ਤੋਂ ਇਲਾਵਾ ਤੁਸੀਂ ਪਲਾਂਟ ਦੇ ਵਿੱਚ ਸਾਰਾ ਸੁਪਰਵਿਜ਼ਨ ਕਰਦੇ ਹੋ, ਤੁਹਾਡੇ ਤੇ ਬਹੁਤ ਜ਼ਿੰਮੇਵਾਰੀਆਂ ਆ, ਪਿੱਛੇ ਕਾਫੀ ਬੰਦੇ ਕੰਮ ਕਰਦੇ ਆ। ਸੋ ਹੋਰ ਤੁਹਾਡੀਆਂ ਕੀ ਡਿਊਟੀਆਂ ਹੁੰਦੀਆਂ, ਹੋਰ ਤੁਸੀਂ ਕੀ ਕਰਦੇ ਸਾਰਾ ਦਿਨ ਪਲਾਂਟ ਦੇ ਵਿੱਚ? ਹਾਂਜੀ, ਸਾਰਾ ਦਿਨ ਬੰਦਿਆਂ ਦੇ ਚੈੱਕ ਵੀ ਕਰੀਦਾ, ਸ਼ੂ ਐਨਕਾਂ ਵਗੈਰਾ ਜਿਹਨਾਂ ਕੋਈ ਹੈ ਨਹੀਂ, ਸਾਰਾ ਕੁਝ ਉਹਨਾਂ ਨੂੰ ਦੱਸਿਆ ਹੈ ਕਿ ਸਾਰਾ ਕੁਝ ਉਹਨਾਂ ਨੂੰ ਪ੍ਰੋਪਰ ਦੇਈਦਾ। ਇੱਦਾਂ ਨਹੀਂ ਕੋਈ ਬੰਦਾ ਇਹ ਨਹੀਂ ਕਹਿ ਸਕਦਾ ਕੱਲ੍ਹ ਨੂੰ ਕਿ ਮੈਨੂੰ ਐਨਕ ਨਹੀਂ ਮਿਲੀ ਜਾਂ ਮੈਨੂੰ ਆਹ ਚੀਜ਼ ਨਹੀਂ ਮਿਲੀ। ਉਹਨਾਂ ਨੂੰ ਸਾਰਾ ਕੁਝ ਪਹਿਲਾਂ ਹੀ ਡੱਬਿਆਂ 'ਤੇ ਰੱਖੇ ਆ ਉੱਥੇ। ਸਵੇਰ ਨੂੰ ਆਉਂਦਿਆਂ ਨੂੰ ਉਹਨਾਂ ਨੂੰ ਏਅਰ ਪਲੱਗ ਦੇਈਦੇ ਸਾਰਿਆਂ ਨੂੰ ਕਿ ਆਣ ਕੇ ਇੱਥੋਂ ਡੱਬਿਆਂ ਤੋਂ ਏਅਰ ਪਲੱਗ ਚੱਕ ਲਓ। ਤਾਂ ਉਦੋਂ ਬਾਅਦ ਅਗਲੇ ਉਹ ਫਿਰ ਕੰਮਾਂ 'ਤੇ ਲੱਗ ਜਾਂਦੇ, ਤਾਂ ਫਿਰ ਐਨਕਾਂ
ਜੇ ਕਿਸੇ ਨੇ ਬੈਬੂ ਵੱਢਣੀ ਜਾਂ ਕੋਈ ਪੀਸ ਵੱਢਣਾ ਤਾਂ ਐਨਕ ਲਾ ਕੇ ਵੱਢਣ। ਸੋ ਵੱਖਰੇ ਵੱਖਰੇ ਡਿਪਾਰਟਮੈਂਟ ਆ, ਜਿੱਥੇ ਕਿਤੇ ਕੋਈ ਕਟਿੰਗ ਹੋਣੀ ਆ ਜਾਂ ਮੇਖਾਂ ਦਾ ਕੋਈ ਕੰਮ ਆ, ਉੱਥੇ ਉਹਨਾਂ ਨੂੰ ਐਨਕਾਂ ਲਾਉਣੀਆਂ ਪੈਂਦੀਆਂ। ਹਾਂਜੀ, ਜਿਹੜੀਆਂ ਗੰਨਾਂ ਨਾਲ ਜਿਹੜੇ ਬਣਾਉਂਦੇ ਮੁੰਡੇ ਸਮਾਨ, ਉਹਨਾਂ ਨੂੰ ਐਨਕਾਂ ਲਾਉਣੀਆਂ ਹੀ ਪੈਣੀਆਂ। ਤੇ ਜਿਹੜੇ ਟੇਬਲ ਤੇ ਬਣਾ ਰਹੇ ਮੁੰਡੇ ਪੀਸ, ਉਹ ਜਦੋਂ ਉਹਨਾਂ ਨੂੰ ਪੀਸ ਕੱਟਣਾ ਪੈਣਾ, ਉਹਨਾਂ ਨੂੰ ਐਨਕ ਲਾਉਣੀ ਪੈਣੀ। ਤੇ ਵੈਸੇ ਨਹੀਂ, ਪਰ ਉਦਾਂ ਜ਼ਰੂਰੀ ਆ ਜਦੋਂ ਉਹ ਕੁਝ ਕੱਟਣ ਵੱਢਣ ਦਾ ਜਾਂ ਮੇਖਾਂ ਦਾ ਕੰਮ ਕਰਦੇ ਉਦੋਂ ਐਨਕਾਂ ਲਾਉਣੀਆਂ। ਹਾਂਜੀ, ਉਦੋਂ ਐਨਕ ਜ਼ਰੂਰੀ ਹੈ। ਤੇ ਕੰਨਾਂ 'ਚ ਪਾਉਣ ਲਈ ਪਲੱਗ ਹਮੇਸ਼ਾ ਹੀ ਹੁੰਦੇ। ਹੁਣ ਤੁਸੀਂ ਸਾਨੂੰ ਵੀ ਦਓਗੇ ਪਾਉਣ ਲਈ, ਕਿਉਂਕਿ ਅਸੀਂ ਵੀ ਪਿੱਛੇ ਜਾਣਾ ਤਾਂ ਬਹੁਤ ਰੌਲੀ ਪੈਣੀ। ਹਾਂਜੀ, ਪਲੱਗ ਮਿਲਣਗੇ ਜੀ ਤੁਹਾਨੂੰ ਵੀ। ਜੀ, ਕਦੇ ਮੈਂ ਪਾਏ ਨਹੀਂ, ਪਰ ਮੈਂ ਜ਼ਰੂਰ ਪਿੱਛੇ ਜਾ ਕੇ ਦੇਖੀ। ਨਹੀਂ, ਉਹ ਕੋਈ ਏਡਾ ਸਾਈਡ ਇਫੈਕਟ ਨਹੀਂ ਹੁੰਦਾ ਉਹਨਾਂ ਦਾ ਕੰਨਾਂ 'ਚ। ਤੁਹਾਨੂੰ ਇਹਨਾਂ ਕਿ ਜਿੱਦਾਂ ਖੜਕਾ ਬਹੁਤ ਹੁੰਦਾ ਮਸ਼ੀਨਾਂ ਦਾ, ਕਿ ਜਿਹੜੀਆਂ ਗੰਨਾਂ ਲਾਗੇ ਚੱਲ ਰਹੀਆਂ ਮੁੰਡੇ ਜਿੱਥੇ ਕੰਮ ਕਰਦੇ, ਉਹਦਾ ਵੀ ਹੁਣ ਖੜਕਾ ਬਹੁਤ ਗੰਨ ਦਾ ਜਿੱਦਾਂ ਹੁੰਦਾ, ਤੇ ਫਿਰ ਉਹ ਕੰਨਾਂ ਨੂੰ ਪ੍ਰੋਬਲਮ ਪੈਣ ਤੋਂ ਤੁਹਾਡੀ ਸੇਫਟੀ ਲਈ ਬੰਦਿਆਂ ਦੀ ਦੇਈਦੇ। ਤੇ ਕਿੰਨੇ ਕੁ ਸਾਲ ਗੁਰਪ੍ਰੀਤ ਜੀ ਤੁਹਾਨੂੰ ਹੋ ਗਿਆ ਇਹ ਕੰਮ ਕਰਦੇ? ਮੈਨੂੰ ਵੀ ਇੱਥੇ 21 ਈਅਰ ਹੋ ਗਏ ਕੰਮ ਕਰਦੇ ਨੂੰ। 21 ਸਾਲ ਹੋ ਗਏ। ਹਾਂਜੀ ਜੀ, ਤੇ ਕਿਵੇਂ ਲੱਗ ਰਿਹਾ ਤੁਹਾਨੂੰ ਕੰਮ ਕਰਕੇ? ਹਾਂਜੀ, ਬਹੁਤ ਵਧੀਆ ਲੱਗ ਰਿਹਾ। ਆਪ ਵੀ ਤੁਸੀਂ ਕਦੇ ਨਾਲ ਕੰਮ ਕਰਾਉਂਦੇ ਹੋ? ਹਾਂਜੀ, ਕਰਾਉਣਾ ਪੈਂਦਾ ਜੀ। ਕਈ ਵੇਲੇ ਜੇ ਹੁਣ ਕਿਸੇ ਟੇਬਲ ਤੇ ਬੰਦਾ ਘੱਟ ਜਾਵੇ ਤਾਂ ਕਰਾਉਣਾ ਪੈਂਦਾ। ਕਈ ਵੇਲੇ ਕੋਈ ਰਸ਼ ਦਾ ਆਰਡਰ ਆ ਜਾਵੇ, ਫਿਰ ਚਾਹੇ ਬੰਦੇ ਟੇਬਲ ਤੇ ਪੂਰੇ ਆ ਤਾਂ ਵੀ ਫਿਰ ਲੱਗਣਾ ਪੈਂਦਾ ਕਿ ਉਹ ਆਰਡਰ ਕੱਢ ਕੇ ਦੇਣਾ ਹੁੰਦਾ ਟਾਈਮ ਨਾਲ ਜੀ। ਤੇ ਥੈਂਕ ਯੂ ਗੁਰਪ੍ਰੀਤ ਜੀ। ਤੇ ਅਸੀਂ ਚਾਹਾਂਗੇ ਕਿ ਤੁਸੀਂ ਹੁਣ ਸਾਨੂੰ ਇਜਾਜ਼ਤ ਦਿਓ ਕਿ ਅਸੀਂ ਪਿੱਛੇ ਸ਼ਾਪ 'ਚ ਜਾਈਏ ਤੇ ਸ਼ਾਪ 'ਚ ਜਾ ਕੇ ਦੇਖੀਏ ਕਿ ਉੱਥੇ ਕੀ ਹੋ ਰਿਹਾ। ਥੈਂਕ ਯੂ ਜੀ ਤੁਹਾਡੇ ਟਾਈਮ ਲਈ। ਥੈਂਕ ਯੂ ਵੈਰੀ ਮਚ ਜੀ। ਜਿਹੜੀ ਚੀਜ਼ ਦਾ ਤੁਹਾਨੂੰ ਇੰਤਜ਼ਾਰ ਸੀ ਉਹਦਾ ਮੈਨੂੰ ਵੀ ਇੰਤਜ਼ਾਰ ਸੀ। ਸੋ ਲੇਆਊਟ ਰਿਸੈਪਸ਼ਨ ਤੋਂ ਚੱਲ ਕੇ ਫਾਈਨਲ ਹੱਥਾਂ ਵਿੱਚ ਦੀ ਲੰਘਦੇ ਹੋਏ ਤੇ ਹੁਣ ਪ੍ਰੋਡਕਸ਼ਨ ਏਰੀਆ ਦੇ ਵਿੱਚ ਜਾ ਪਹੁੰਚੀ ਹੈ, ਜਾਣੀ ਕਿ ਸ਼ਾਪ ਦੇ ਵਿੱਚ ਆ ਗਈ ਆ। ਤੇ ਸ਼ਾਪ 'ਚ ਸਾਰਿਆਂ ਤੋਂ ਪਹਿਲਾਂ ਕਿੱਥੇ ਆਉਂਦੀ ਹੈ? ਤੇ ਇੱਕ ਗੱਲ ਬਹੁਤ ਵਧੀਆ ਆ ਕਿ BNB ਟਰਸਟ ਦੇ ਉਹਨਾਂ ਦੇ ਆਫਿਸ ਦੇ ਨਾਲ ਹੀ ਬੈਕ ਸਾਈਡ ਤੇ ਉਹਨਾਂ ਦੀ ਸਾਈਡ ਬਾਈ ਸਾਈਡ ਜਿਹੜੀ ਉਹਨਾਂ ਦੀ ਸ਼ਾਪ ਆ। ਸੋ ਹੁਣ ਵਰਕਸ਼ਾਪ ਦੇ ਵਿੱਚ ਲੇਆਊਟ ਆ ਚੁੱਕੀ ਹੈ, ਪਰ ਸਾਰਿਆਂ ਤੋਂ ਪਹਿਲਾਂ ਕਿੱਥੇ ਜਾਂਦੀ ਆ ਲੇਆਊਟ, ਇਹ ਦੇਖਣਾ ਵੀ ਬਹੁਤ ਜ਼ਰੂਰੀ ਆ। ਸੋ ਆਓ ਅਸੀਂ ਅੰਦਰ ਚੱਲਦੇ ਹਾਂ ਸ਼ਾਪ ਦੇ ਤੇ ਦੇਖਦੇ ਹਾਂ ਕਿ ਲੇਆਊਟ ਕਿੱਥੇ ਤੱਕ ਪਹੁੰਚੀ ਆ। ਤੁਸੀਂ ਵੀ ਮੇਰੇ ਨਾਲ ਆਓ, ਅੰਦਰ ਜਾ ਕੇ ਦੇਖਦੇ ਹਾਂ ਕਿ ਸਾਹ ਦੇ ਉੱਤੇ ਹੋ ਕੀ ਰਿਹਾ ਆ। ਅਸੀਂ ਸ਼ਾਪ ਦੇ ਵਿੱਚ ਆ ਚੁੱਕੇ ਹਾਂ ਤੇ ਇੱਥੇ ਬਹੁਤ ਜ਼ਿਆਦਾ ਆਵਾਜ਼ ਆ ਰਹੀ ਹੈਗੀ ਆ। ਸੋ ਮੈਨੂੰ ਵੀ ਥੋੜਾ ਉੱਚੀ ਬੋਲਣਾ ਪੈਣਾ। ਤੇ ਮਨਪ੍ਰੀਤ ਇੱਥੇ ਕੰਮ ਕਰ ਰਹੇ ਹੈਗੇ ਆ। ਸੋ ਥੋੜੀ ਜੀ ਗੱਲਬਾਤ ਮਨਪ੍ਰੀਤ ਦੇ ਨਾਲ ਕਰਦੇ ਆ। ਵੈਸੇ ਬਿਜ਼ੀ ਆ ਕੰਮ ਦੇ ਵਿੱਚ, ਪਰ ਮੈਂ ਦੇਖਦੀ ਆ ਜੇ ਮੇਰੇ ਨਾਲ ਕੁਝ ਮਿੰਟ ਗੱਲ ਕਰ ਸਕਣ, ਕਿਉਂਕਿ ਤੁਸੀਂ ਇਹ ਵੀ ਦੇਖਿਆ ਕਿ ਕਿਵੇਂ ਸਾਰਾ ਕੁਝ ਮਸ਼ੀਨ ਹੀ ਕਰ ਰਹੀ ਆ। ਪਰ ਅਸੀਂ ਇਸ ਨੌਜਵਾਨ ਨੂੰ ਪੁੱਛਦੇ ਹਾਂ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਮਨਪ੍ਰੀਤ, ਤੁਸੀਂ ਮੈਨੂੰ ਦੱਸੋ ਕਿ ਤੁਸੀਂ ਇੱਥੇ ਕੀ ਕਰਦੇ ਹੈਗੇ ਆ? ਮੈਂ ਐਸਾ ਸੁਪਰਵਾਈਜ਼ਰ ਹਾਂ ਇੱਥੇ। ਮਤਲਬ ਮੈਂ ਇਹਨਾਂ ਨੂੰ ਜੌਬ ਕੱਟ ਦੇਣੀ ਹੁੰਦੀ ਹੈ ਟਰੱਸਾਂ ਦੀ, ਐਂਡ ਜਿਵੇਂ ਬਾਕੀ ਸੁਪਰਵਾਈਜ਼ਰ ਮਤਲਬ ਉਹਨਾਂ ਲੀਡਿੰਗ ਹੈਂਡ ਉਹਨਾਂ ਦਾ। ਤੇ ਇੱਥੇ ਜਦੋਂ ਲੇਆਊਟ ਆਉਂਦੀ ਹੈਗੀ ਇਸ ਕੰਪਿਊਟਰ ਤੇ ਤੁਹਾਡੀ ਕੀ ਜੌਬ ਹੁੰਦੀ ਹੈ ਇੱਥੇ? ਫਿਰ ਤੁਸੀਂ ਕੀ ਕਰਦੇ ਆ? ਮੇਰੀ ਕੰਮ ਇਹ ਹੁੰਦਾ ਕਿ ਮੈਂ ਇਹਨਾਂ ਨੂੰ ਕਟਿੰਗ ਕਰਕੇ ਦੇਣੀ ਆ ਦੂਜੇ ਸੁਪਰਵਾਈਜ਼ਰਸ ਨੂੰ, ਐਂਡ ਉਹਨਾਂ ਨੂੰ ਦੱਸਣਾ ਕਿ ਤੁਸੀਂ ਆਹ ਜੌਬ ਕਰਨੀ ਆ ਤੇ ਆਹ ਇੰਨੀ ਕਰਨੀ, ਇੰਨੀ ਕਰਨੀ ਆ ਜੀ। ਸੋ ਥੈਂਕ ਯੂ ਮਨਪ੍ਰੀਤ ਸਾਨੂੰ ਇਨਫੋਰਮੇਸ਼ਨ ਦੇਣ ਲਈ। ਥੈਂਕ ਯੂ ਜੀ। ਸੌਰੀ ਤੁਹਾਨੂੰ ਬਾਦਰ ਕੀਤਾ। ਸੋ ਤੁਸੀਂ ਆਪਣਾ ਕੰਮ ਕਰੀ ਜਾਓ ਜੀ। ਥੈਂਕ ਯੂ ਜੀ। ਥੈਂਕ ਯੂ। ਸੋ ਗੇੜੀ ਰੂਟ ਦੇ ਵਿੱਚ ਅੱਜ ਅਸੀਂ ਤੁਹਾਨੂੰ ਲੈ ਕੇ ਆਏ ਹਾਂ BNB ਟਰਸਟ ਤੇ ਬਿਲਕੁਲ ਜੀ ਤੁਸੀਂ ਦੇਖ ਰਹੇ ਹੋਵੋਗੇ ਕਿ ਟਰਸਟ ਬਣਦੇ ਕਿਵੇਂ ਆ। ਸੋ ਰਿਸੈਪਸ਼ਨ ਤੋਂ ਸ਼ੁਰੂਆਤ ਕੀਤੀ ਸੀ ਅਸੀਂ। ਸੋ ਸਲੋਲੀ ਅਸੀਂ ਬੈਕ ਸ਼ਾਪ ਤੇ ਆ ਗਏ ਹਾਂ, ਜਿੱਥੇ ਪਹਿਲਾਂ ਇਸ ਨੂੰ ਕੱਟਿਆ ਗਿਆ। ਸੋ ਕੱਟਣ ਤੋਂ ਬਾਅਦ ਜਦੋਂ ਲੇਆਊਟ ਸਾਰੀ ਡਨ ਹੋ ਕੇ ਸ਼ਾਪ ਦੇ ਵਿੱਚ ਆਈ, ਸੋ ਸਾਰਿਆਂ ਤੋਂ ਪਹਿਲਾਂ ਜਿਹੜਾ ਉੱਥੇ ਆਈ ਹੈ, ਉੱਥੇ ਉਹਨਾਂ ਨੇ ਕੱਟਿਆ, ਡਿਜ਼ਾਈਨ ਕੀਤਾ ਕੰਪਿਊਟਰ ਤੋਂ ਦੇਖ ਕੇ ਸਾਰਾ। ਉਹਨਾਂ ਨੇ ਉੱਥੋਂ ਕੱਟ ਕੇ 100 ਤੋਂ ਮੂਵ ਕਰਕੇ ਤੇ ਪਿੱਛੇ ਜਿਹੜਾ ਹੋਰ EMPLOYEE ਕੰਮ ਕਰਦੇ ਨੇ ਉਹਨਾਂ ਤੱਕ ਪਹੁੰਚੀ ਆ। ਸੋ ਛੋਟੀਆਂ ਕਾਰਟ ਬਣੀਆਂ, ਉਹਨਾਂ ਦੇ ਉੱਤੇ ਉਹਨਾਂ ਨੂੰ ਡਿਜ਼ਾਈਨ ਕੱਟੇ ਹੋਏ ਜਿਹੜੇ ਪੀਸ ਆ ਉਹਨਾਂ ਤੇ ਰੱਖੇ ਗਏ ਸੀ। ਉਸ ਤੋਂ ਬਾਅਦ ਉਹ ਜਿਹੜੀਆਂ ਕਾਰਟ ਆ ਜਦੋਂ ਸ਼ਾਪ 'ਚ ਪਹੁੰਚਦੀਆਂ, ਫਿਰ ਇਹਨਾਂ ਦੀ ਕੀ ਜੌਬ ਹੁੰਦੀ ਆ? ਸੋ ਮੇਰੇ ਨਾਲ ਰਸ਼ਪਾਲ ਜੀ ਨੇ। ਹਾਂਜੀ ਰਸ਼ਪਾਲ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ। ਰਸ਼ਪਾਲ ਜੀ, ਤੁਸੀਂ ਮੈਨੂੰ ਦੱਸੋ ਕਿ ਜਦੋਂ ਸਾਹ ਦੇ ਉੱਤੋਂ ਕੱਟ ਹੋ ਕੇ ਤੁਹਾਡੇ ਕੋਲ ਆ ਜਾਂਦੇ ਡਰੈਸ, ਤੇ ਤੁਹਾਡੀ ਕੀ ਜੌਬ ਹੁੰਦੀ ਹੈ? ਅਸੀਂ ਬੱਗੀਆਂ ਲੈ ਆਈਦੀਆਂ ਸਾਹ ਦੇ ਉੱਤੋਂ। ਬੱਗੀਆਂ ਲਿਆ ਕੇ ਤਾਂ ਫਿਰ ਆਣ ਕੇ ਲੇਆਊਟ ਦੇਖੀ ਦੀ, ਪੇਪਰ ਸੈੱਟ ਕਰ ਲਈਦੇ ਆ, ਜੇ ਹਿਸਾਬ ਨਾਲ ਬਣਾਉਣੇ ਹੁੰਦੇ ਉਸ ਹਿਸਾਬ ਨਾਲ ਬਣਾ ਦਈਦੇ। ਤੇ ਤੁਹਾਨੂੰ ਕਿਵੇਂ ਪਤਾ ਲੱਗਦਾ ਹੈਗਾ ਆ ਕਿ ਇਹ ਕਿੱਦਾਂ ਆ ਜਿਹੜੇ ਕੱਟ ਕੇ ਪੀਸ ਰੱਖੇ ਹੁੰਦੇ ਆ?
ਉਹ ਲੇਆਊਟ ਦੇ ਲਿਖਿਆ ਹੁੰਦਾ ਜੀ, ਉਸ ਹਿਸਾਬ ਨਾਲ ਬਣਾਈਦੇ ਆ ਜੀ। ਬਾਕੀ ਬਣਾਉਣ ਲਈ ਪੇਪਰ ਫਿਰ ਤੁਸੀਂ ਕੀ ਕਰਦੇ ਆ ਇੱਥੇ ਉਹਨੂੰ? ਬਾਕੀ ਉਹ ਟੌਪੜਾਂ ਤਾਂ ਬੋਟਮਾਂ ਥੱਲੇ ਲਾ ਦਈਦੀਆਂ, ਟੌਪੜਾਂ ਉੱਤੇ ਲਾ ਦਈਦੀਆਂ, ਤੇ ਵਿੱਚ ਬੈਬਾਂ ਲੱਗਦੀਆਂ ਉਹ ਲਾ ਦਈਦੀਆਂ, ਉੱਤੇ ਪਲੇਟਾਂ ਲਾ ਦਈਦੀਆਂ। ਕਿੰਨਾ ਕੁ ਟਾਈਮ ਲੱਗਦਾ ਇੱਕ ਟਰੱਸ ਬਣਨ ਨੂੰ? 5 ਮਿੰਟ ਲੱਗੇ ਜਾਂਦੇ। ਅੱਛਾ ਜੀ, ਤੇ ਕਿੰਨੇ ਟਾਈਮ ਤੋਂ ਤੁਸੀਂ ਕੰਮ ਕਰਦੇ ਹੋ ਇੱਥੇ? ਮੈਨੂੰ 9 ਸਾਲ ਹੋ ਗਏ ਜੀ। 9 ਸਾਲ ਹੋ ਗਏ। ਸੋ ਕਿੱਦਾਂ ਲੱਗ ਰਿਹਾ ਤੁਹਾਨੂੰ? ਪਹਿਲਾਂ ਜਦੋਂ ਸ਼ੁਰੂ ਕੀਤਾ ਸੀ ਉਦੋਂ ਕਿਵੇਂ ਲੱਗਿਆ ਸੀ? ਪਹਿਲਾਂ ਤਾਂ ਥੋੜਾ ਜਿਹਾ ਡਿਫਿਕਲਟ ਹੀ ਲੱਗਦਾ, ਬਾਕੀ ਤਾਂ ਠੀਕ ਹੀ ਆ ਜੀ। ਜੀ। ਫਿਰ ਪਤਾ ਲੱਗ ਜਾਂਦਾ, ਫਿਰ ਹੌਲੀ ਹੌਲੀ ਤਾਂ ਬੰਦਾ। ਹੁਣ ਤੇ ਆਦਤ ਬਣ ਗਈ ਹੋਣੀ ਆ, ਹਾਂਜੀ। ਹੁਣ ਤੇ ਦੇਖ ਕੇ ਦੱਸ ਦਿੰਦੇ ਹੋਵੋਗੇ ਕਿ ਕਿਹੜੇ ਟਰੱਸ ਆ ਜੀ। ਤੇ ਕਦੀ ਇਦਾਂ ਹੋਇਆ ਕੁਝ ਕਟਿੰਗ ਦੇ ਵਿੱਚ ਕੁਝ ਰੋਂਗ ਹੋਵੇ ਤੇ ਫਿਰ ਉਹ ਤੁਹਾਨੂੰ ਪਤਾ ਲੱਗ ਜਾਏ, ਫਿਰ ਕੀ ਹੁੰਦਾ? ਕਟਿੰਗ ਦੇ ਵਿੱਚ ਕਈ ਵਾਰੀ ਪਿੱਛੋਂ ਸਾਹ ਹਿੱਲ ਜਾਂਦੇ ਆ, ਉਹਦੇ ਨਾਲ ਫਿਰ ਜੇ ਵੱਧ ਘੱਟ ਬਾਟਮ ਜਾਂ ਟੌਪੜ ਜਾਂ ਵੈਬ ਕੋਈ ਵੀ ਹੋਵੇ, ਉਹ ਆਪ ਇੱਥੇ ਆਣ ਕੇ ਸਾਹ ਲਾ ਲਈਦਾ, ਅਸੀਂ ਸੈੱਟ ਕਰ ਲਈਦੀ। ਜੇ ਨਾ ਸੈੱਟ ਆਵੇ ਤਾਂ ਫਿਰ ਦੁਬਾਰਾ ਕਟਾ ਲਈਦੇ ਸਾਹ। ਜੀ ਥੈਂਕ ਯੂ ਜੀ, ਬਹੁਤ ਵਧੀਆ ਤੁਸੀਂ ਸਾਨੂੰ ਮੈਸੇਜ ਦਿੱਤਾ ਹੈ ਔਰ ਮੈਂ ਜ਼ਰੂਰ ਦਿਖਾਉਂਗੀ ਲਾਗਿਓ ਜਾ ਕੇ ਜਦੋਂ ਤੁਸੀਂ ਬਣਾ ਰਹੇ ਹੋਵੋਗੇ। ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਬੜੀ ਲੰਬੀ ਪ੍ਰੋਸੈਸਿੰਗ ਸੀਗੀ, ਕਿਵੇਂ ਰਿਸੈਪਸ਼ਨ ਤੋਂ ਸਟਾਰਟ ਹੋ ਕੇ ਡਿਜ਼ਾਈਨਰ ਕੋਲ ਜਾ ਕੇ ਫਿਰ ਸੇਲਸ ਟੀਮ ਦੇ ਕੋਲ ਜਾ ਕੇ ਉਸ ਤੋਂ ਬਾਅਦ ਫਾਈਨਲ ਦੇਵ ਦੇ ਕੋਲ ਆਏ, ਉਸ ਤੋਂ ਬਾਅਦ ਜੋਗਾ ਸਿੰਘ ਥਿੰਦ ਹੋਣਾ ਨੇ ਜਿਹੜਾ ਸ਼ਾਪ ਦੇ ਵਿੱਚ ਭੇਜਿਆ। ਬੜਾ ਲੰਬਾ ਸਫ਼ਰ ਕਰਕੇ ਲੇਆਊਟ ਜਿਹੜੀ ਪਹੁੰਚੀ ਸੀ ਤੇ ਟਰੱਸ ਹੁਣ ਬਣ ਕੇ ਤੁਸੀਂ ਦੇਖ ਸਕਦੇ ਹੋ ਮੇਰੇ ਪਿੱਛੇ ਪਾਇਲ ਵੀ ਕੀਤੇ ਹੈਗੇ ਆ ਔਰ ਆ ਵੀ ਰਹੇ ਹੈਗੇ ਆ ਚੇਨ ਦੇ ਉੱਤੇ। ਤੁਸੀਂ ਦੇਖ ਸਕਦੇ ਹੋ ਕਿ ਅੰਦਰੋਂ ਜਿਹੜੇ ਕੰਪਲੀਟ ਹੋਏ ਪੀਸ ਆ ਆਉਂਦੇ ਆ ਤੇ ਇੱਥੇ ਜਿਹੜੇ ਨੌਜਵਾਨ ਮੁੰਡੇ ਕੰਮ ਕਰਦੇ ਆ, ਇੱਥੇ ਜਿਹੜੇ ਵਰਕਰ ਆ, ਉਹ ਇਹਨਾਂ ਨੂੰ ਇੱਥੋਂ ਪਿਕਅਪ ਕਰਕੇ ਤੇ ਸਟੈਕ ਕਰਦੇ ਹੈਗੇ ਆ ਤੇ ਉਸ ਤੋਂ ਅਗਲੀ ਕੀ ਪ੍ਰੋਸੈਸਿੰਗ ਆ ਉਹ ਵੀ ਤੁਹਾਨੂੰ ਦਿਖਾਉਂਦੇ ਆ ਜੀ। ਲਓ ਜੀ, ਤੁਸੀਂ ਸੋਚਦੇ ਹੋਣੇ ਕਿ ਅੱਜ ਗੇੜੀ ਰੂਟ ਦੇ ਵਿੱਚ ਮੈਂ ਟਰੱਸ ਹੀ ਬਣਾਈ ਜਾਂਦੀ ਆ, ਪਰ ਹੁਣ ਫਾਈਨਲ ਪੋਜੀਸ਼ਨ ਤੇ ਆ ਪਹੁੰਚੇ ਆ। ਸੋ ਇਹਨਾਂ ਨੂੰ ਲੋਡ ਕੀਤਾ ਜਾ ਰਿਹਾ ਆ। ਲੋਡ ਮੇਰੇ ਖਿਆਲ 'ਚ ਹੋ ਚੁੱਕੇ ਆ, ਪਰ ਸਾਡੇ ਨਾਲ ਇੱਥੇ ਨਰਵੈਲ ਜੀ ਨੇ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਬਲਜਿੰਦਰ ਜੀ, ਸਤਿ ਸ਼੍ਰੀ ਅਕਾਲ। ਕੀ ਹਾਲ ਚਾਲ ਜੀ ਤੁਹਾਡਾ? ਬਹੁਤ ਵਧੀਆ ਜੀ, ਬਹੁਤ ਵਧੀਆ। ਤੇ ਤੁਸੀਂ ਮੈਨੂੰ ਦੱਸੋ ਕਿ ਲੋਡ ਹੋ ਚੁੱਕੇ ਆ ਤੁਹਾਡੇ ਟਰੱਸ? ਬਿਲਕੁਲ ਜੀ, ਹਾਂਜੀ, ਹੁਣ ਲੋਡ ਕਰਕੇ ਹਟੇ ਆ ਟਰੱਕ, ਇਹ ਰੈਡੀ ਆ ਹੁਣ ਜਾਣ ਵਾਸਤੇ। ਤੇ ਲੋਡ ਕਰਨ ਲਈ ਆ ਮਸ਼ੀਨ ਵਰਤਦੇ ਹੁੰਦੇ ਤੁਸੀਂ? ਬਿਲਕੁਲ ਜੀ, ਕ੍ਰੇਨ ਜਿਹੜੀ ਆਪਣੀ ਜਿੱਦਾਂ ਹੁਣ ਇਕੱਠੀ ਕਰਤੀ ਆ, ਤੁਸੀਂ ਥੋੜਾ ਲੇਟ ਹੋ ਗਏ। ਮੈਂ ਦੇਖ ਸਕਦੀ ਹਾਂ ਇਹਨੂੰ? ਹਾਂ, ਦੇਖ ਸਕਦੇ ਜੀ, ਜ਼ਰੂਰ ਉੱਪਰ ਆਓ ਜੀ। ਲਓ ਜੀ, ਹੁਣ ਮੈਂ ਰਿਸਕ ਲੈਣ ਲੱਗੀ ਆ। ਮੈਂ ਕ੍ਰੇਨ ਦੇਖਣ ਲੱਗੀ ਆ ਕਿ ਉੱਪਰੋਂ ਕਿਵੇਂ ਹੁੰਦੀ ਆ, ਕਿਵੇਂ ਚਲਾਉਂਦੇ ਆ, ਕਿਉਂਕਿ ਹਰ ਇੱਕ ਕੰਮ ਕਰਨ ਨੂੰ ਥੋੜਾ ਜਿਹਾ ਐਕਸਾਈਟਮੈਂਟ ਤੇ ਹੁੰਦੀ ਆ। ਸੋ ਮੈਂ ਹੁਣ ਇਹਨੂੰ ਦੇਖਦੀ ਆ। ਅੱਛਾ ਜੀ, ਹਥਿਆਰ ਸੰਭਵ ਆਪਦਾ ਜੀ ਬਿਲਕੁਲ। ਥੈਂਕ ਯੂ ਵੈਰੀ ਮਚ। ਇਹ ਸਾਡੇ ਹਥਿਆਰ ਆ। ਸੋ ਤੁਸੀਂ ਮੈਨੂੰ ਥੋੜਾ ਜਿਹਾ ਇਸ ਮਸ਼ੀਨ ਬਾਰੇ ਦੱਸੋ ਪਹਿਲਾਂ। ਦੇਖੋ ਜੀ, ਜਿਹੜੀ ਬੂਮ ਨੂੰ ਅਪ ਕਰਦੀ ਆ, ਡਾਊਨ ਕਰਦੀ ਆ। ਜਿਹੜਾ ਆ ਜਿਹੜੀ ਕ੍ਰੇਨ ਹੈ ਤੁਹਾਡੇ ਟਰੱਕ ਦੇ ਨਾਲ ਹੀ ਲੱਗੀ ਰਹਿੰਦੀ ਆ। 85 ਫੀਟ ਇਹ ਲੰਮੀ ਚੱਲ ਜਾਂਦੀ ਆ, 4 ਫੇਰੇ ਨੂੰ ਘੁੰਮਦੀ ਆ 85 ਫੁੱਟ ਤੱਕ। ਤੇ ਤੁਸੀਂ ਇਹ ਟਰੱਕ ਦੇ ਨਾਲ ਹੀ ਬਿਲਡ ਹੈਗੀ, ਜਿੱਥੇ ਵੀ ਤੁਸੀਂ ਟਰੱਸ ਛੱਡਣ ਜਾਂਦੇ ਆ ਇਹਦੀ ਤੁਹਾਨੂੰ ਜ਼ਰੂਰਤ ਹੁੰਦੀ ਹੈ। ਇਹ ਤੋਂ ਬਿਨਾਂ ਗੱਲ ਬਣਨੀ ਨਹੀਂ ਜੀ, ਕੋਠੇ ਤੇ ਕਿੱਦਾਂ ਜਾਣਾ ਵੇ, ਇਹ ਜ਼ਰੂਰ ਪੈਣੀ ਆ। ਜਦੋਂ ਪੁਰਾਣੇ ਸਮੇਂ ਦੀ ਗੱਲ ਕਰਦੇ ਆ, ਤੁਹਾਨੂੰ ਕਿੰਨਾ ਸਮਾਂ ਹੋ ਗਿਆ ਇਸ ਬਿਜ਼ਨਸ ਮੈਂ 87 ਚ ਸ਼ੁਰੂ ਕੀਤਾ ਹੈਗਾ ਜੀ। ਵਾਹਿਗੁਰੂ ਦੀ ਕਿਰਪਾ ਨਾਲ 33 ਸਾਲ ਹੋ ਚੱਲੇ ਆ। 33 ਸਾਲ ਹੋ ਗਏ। ਕੀ ਚੇਂਜਸ ਦੇਖੀਆਂ ਤੁਸੀਂ 87 ਤੋਂ ਲੈ ਕੇ 2020 ਤੱਕ? ਪਹਿਲਾਂ ਇਦਾਂ ਸੀਗਾ ਜਿਹੜੇ ਅਸੀਂ ਉਹਦਾ ਇਹ ਕ੍ਰੇਨਾਂ ਇਹੋ ਚਲਾਈਆਂ ਆ, ਪਰ ਉਸ ਤੋਂ ਪਹਿਲਾਂ ਹੁੰਦੇ ਕਿ ਵੀ ਇੱਕ ਜਿਹੜਾ ਡੰਪ ਟਰੱਕ ਸੀਗਾ, ਪਿਕਅਪ ਟਰੱਕ ਹੁੰਦੇ ਸੀਗੇ, ਉਹਦੇ ਪਿੱਛੇ ਇੱਕ ਟ੍ਰੇਲਾ ਪਾਇਆ ਹੁੰਦਾ ਸੀਗਾ, ਉਹ ਤੇ ਰੂਲਰ ਲੱਗੇ ਹੁੰਦੇ ਸੀਗੇ। ਸੋ ਕ੍ਰੇਨ ਸੈਪਰੇਟ ਹੁੰਦੀ ਸੀ, ਟਰੱਕ ਸੈਪਰੇਟ? ਉਹ ਤਾਂ ਉਹਨਾਂ ਕ੍ਰੇਨ ਹੁੰਦੀ ਨਹੀਂ ਸੀਗੀ, ਉਹਦੇ ਤੇ 4 ਲਾਈਨ ਲੱਦ ਦਿੰਦੇ ਨੇ, ਜੌਬ ਸਾਈਡ ਤੇ ਜਾ ਕੇ ਤੋਂ ਉਹਨਾਂ ਡੰਪ ਕਰੇ ਹੋਣੇ। ਹੌਲੀ ਹੌਲੀ ਬਦਲਦਾ ਫਿਰ ਕ੍ਰੇਨਾਂ ਜਿਹੜੀਆਂ ਉਹ ਕ੍ਰੇਨਾਂ ਟਰੱਕਾਂ ਦੇ ਉੱਪਰ ਫਿੱਟ ਹੋ ਗਈਆਂ। ਸੋ ਹੁਣ ਤਾਂ ਬਹੁਤ ਸੌਖਾ ਹੋ ਗਿਆ। ਹੁਣ ਬਹੁਤ ਸੌਖਾ ਕਿ ਨਾ ਜੀ, ਕੰਪਿਊਟਰ ਸਿਸਟਮ ਸਾਰਾ ਆ ਗਿਆ ਆਲਮੋਸਟ, ਕ੍ਰੇਨਾਂ ਵੀ ਜਿਹੜੀਆਂ ਬਹੁਤ ਵਧੀਆ ਆ। ਤੇ ਤੁਸੀਂ ਟਰੱਸ ਬਣਾਉਂਦੇ ਵੀ ਆ ਜਾਂ ਤੁਸੀਂ ਸਿਰਫ ਡਿਲੀਵਰੀ ਕਰਨ ਜਾਂਦੇ? ਜਦੋਂ ਸ਼ੁਰੂਆਤ 'ਚ ਬਣਾਏ ਸੀਗੇ, ਪਰ ਹੁਣ ਤਾਂ ਡਿਲੀਵਰ ਦਾ ਕੰਮ ਹੀ ਆ ਜੀ, ਇਹ ਮਹੀ ਹੁੰਦਾ। ਕਿੰਨੇ ਔਖੇ ਲੱਗਦੇ ਹੁੰਦੇ ਸੀ ਜਦੋਂ ਸ਼ੁਰੂ 87 'ਚ ਤੁਸੀਂ ਸ਼ੁਰੂ ਕੀਤਾ ਸੀ? ਇਨਸਾਨ ਨੂੰ ਕੁਛ ਔਖਾ ਨਹੀਂ ਲੱਗਦਾ, ਜੋ ਕਰਨਾ ਹੋਵੇ ਤਾਲ ਲਿਆਵੇ ਕਰਨਾ ਆ। ਪਰ ਤੁਸੀਂ ਤਾਂ ਮਲਟੀ ਟੈਲੈਂਟਡ ਆ, ਵੈਸੇ ਵੀ ਰਾਈਟਰ ਵੀ ਆ, ਸਿੰਗਰ ਵੀ ਆ ਔਰ ਪੋਇਟ ਵੀ ਹੈਗੇ ਆ ਤੁਸੀਂ, ਔਰ ਨਾਲ ਦੀ ਨਾਲ ਤੁਸੀਂ ਆ ਬੜਾ ਵਧੀਆ ਕੰਮ ਟਰੱਸ ਬਣਾਉਂਦੇ ਹੈਗੇ ਆ।
ਸੋ ਥੋੜਾ ਜਿਹਾ ਦੱਸੋ ਕਿ ਹੁਣ ਬੜਾ ਕੁਝ ਚੇਂਜ ਹੋ ਗਿਆ, ਘਰਾਂ ਦੇ ਡਿਜ਼ਾਈਨ ਚੇਂਜ ਹੋ ਗਏ, ਸੋ ਕਿੰਨਾ ਕੁ ਫਰਕ ਪਿਆ? ਪਹਿਲਾਂ ਦੇਖੋ ਜੀ, ਜਦੋਂ ਨਾਰਮਲੀ ਅਸੀਂ ਦੇਖੀਏ 2 ਜਾਂ 3 ਢੇਰੀਆਂ ਹੁੰਦੀਆਂ ਸੀਗੀਆਂ, ਇੱਕੋ ਹੀ ਫਲੋਰ ਹੁੰਦੀ ਸੀਗੀ, ਮੇਨ ਫਲੋਰ ਤੇ ਜਾ ਕੇ ਰੱਖੇ ਹੋਣੇ ਉਹ। ਹੁਣ ਜਿਹੜੇ ਉਸ ਤੋਂ ਬਾਅਦ ਫਿਰ 2 ਫਲੋਰ ਆ ਗਈਆਂ, ਉਹਦੇ ਘਰ ਦੀ ਪੈਚ ਜਿਹੜੀ ਸੀ ਉਹ ਵੀ ਬਦਲ ਜਾਂਦੀ ਸੀਗੀ। ਪਰ ਉਸ ਤੋਂ ਬਾਅਦ ਜਿਹੜੀ ਹੁਣ ਦੇਖਿਆ ਜਾਵੇ ਤਾਂ 3 ਪਿੱਚਾਂ ਹੋ ਜਾਂਦੀਆਂ, 3 ਫਲੋਰਾਂ ਹੁੰਦੀਆਂ ਆ। ਜਿਹੜੀ ਐਂਟਰੀ ਉਹਦੀ ਕੋਈ ਹੋਰ ਪੈਚ ਹੋਣੀ ਆ, ਜਿਹੜੀ ਮੇਨ ਫਲੋਰ ਤੇ ਹੋਣੀ ਉਹਦੀ ਕੋਈ ਹੋਰ ਹੈ, ਜਿਹੜੀ ਟੌਪ ਹੈ ਉਹਦੀ ਕੋਈ ਵੱਖਰੀ ਆ। ਸੋ ਅੱਗੇ ਨਾ ਕਹਿ ਸਕਦੇ ਹਾਂ ਵੀ ਕੰਮ ਜ਼ਿਆਦਾ ਹੋ ਗਿਆ। ਤੇ ਆ ਜਿਹੜੀ ਕ੍ਰੇਨ ਹੈਗੀ ਆ, ਇਹਦੇ ਬਾਰੇ ਥੋੜਾ ਜਿਹਾ ਦੱਸੋ। ਇਹਨੂੰ ਕੋਈ ਖਾਸ ਟ੍ਰੇਨਿੰਗ ਦੇਣੀ ਪੈਂਦੀ ਹੈ ਤੁਹਾਨੂੰ? ਬਿਲਕੁਲ ਕੋਰਸ ਕਰਨਾ ਪੈਂਦਾ ਜੀ, ਇੱਕ ਕੋਰਸ ਕਰਨ ਕਿੰਨੇ ਤੋਂ। ਟਾਈਮ ਦਾ ਹੁੰਦਾ ਉਹ ਕੋਰਸ? ਉਹ ਲਾਈਫ ਦਾ ਜਿੱਦਾਂ ਲਾਇਸੈਂਸ ਆਪਾਂ ਲੈ ਲੈਨੇ ਆ, ਨੰਬਰ 1 ਦਾ ਲਿਆ ਹੋਇਆ, ਉਸੇ ਤਰ੍ਹਾਂ ਇੱਕ ਨੇ ਲਿਆ ਹੋਇਆ ਉਹ ਕੰਮ ਆਉਂਦਾ। ਸੋ ਕਿੰਨੇ ਤੁਹਾਡੇ ਕੋਲ ਇੱਥੇ ਕੰਮ ਕਰਦੇ ਨੇ ਜਿਨ੍ਹਾਂ ਦੇ ਕੋਲ ਇਸ ਲਿਫਟ ਦਾ ਇਸ ਮਸ਼ੀਨ ਦਾ ਲਾਇਸੈਂਸ? ਅਸੀਂ ਮੋਸਟਲੀ ਜਿਹੜੇ 3 ਡਰਾਈਵਰ ਆ ਜੀ, ਜਿਹੜੇ ਕਿ ਔਨ ਦਾ ਰੋਡ ਹੀ ਰਹਿੰਦਾ ਆ। ਤੇ ਉਸ ਤੋਂ ਬਾਅਦ ਬਿੱਲਾ ਲਾਸਟ ਉਹਦੇ ਕੋਲ ਲਾਇਸੈਂਸ ਹੈਗਾ ਆ। ਅੱਛਾ, ਤੁਸੀਂ ਲੋਅਰ ਮੇਲੈਂਡ ਚ ਕਿਤੇ ਵੀ ਟਰੱਕ ਤੁਸੀਂ ਡਿਲੀਵਰ ਕਰ ਦਿੰਦੇ? ਬਿਲਕੁਲ, ਜਿੱਥੇ ਮਰਜ਼ੀ ਕੋਈ ਮੰਗੇ। ਤੁਹਾਡਾ ਕੀ ਐਕਸਪੀਰੀਅੰਸ ਹੈ? ਕਿਹੜੇ ਸ਼ਹਿਰਾਂ ਚ ਤੁਸੀਂ ਟਰੱਕ ਛੱਡਣ ਜਾ ਚੁੱਕੇ ਹੋ? ਮੈਂ ਪਾਵਰ ਰਿਵਰ ਜਾਇਆ, ਕੈਂਬਰ ਰਿਵਰ ਜਾਇਆ, ਪੋਰਟ ਅਲਬਰਨੀ ਤੇ ਇਧਰ ਕੋਲੋਨਾ, ਕੈਮਲੂਦ ਹਾਲੇ ਕੱਲ ਹੀ ਆਇਆ ਆ। ਸੋ ਕੰਮ ਦੇ ਨਾਲ ਨਾਲ ਸੈਰ ਵੀ ਹੋ ਜਾਂਦੀ ਹੈ। ਬਹੁਤ ਜ਼ਿਆਦਾ ਵਧੀਆ। ਜਦੋਂ ਟਰੱਕ ਤੇ ਲੌਂਗ ਰੂਟ 'ਚ ਜਾਂਦੇ ਆ, ਗਾਣੇ ਗੁਣੇ ਵੀ ਲਿਖਦੇ ਰਹਿੰਦੇ ਆ? ਕਿਉਂਕਿ ਜਦੋਂ ਸੋਚ ਲਈਦਾ ਲਿਖਣ ਦਾ ਕਿਵੇਂ ਟਾਈਮ ਘੱਟ ਹੁੰਦਾ, ਪਰ ਸੋਚ ਲੈ ਕੇ ਅੱਜ ਬੰਦਾ ਕੱਲ ਤਾਂ ਫੋਨ 'ਚ ਰਿਕਾਰਡ ਹੋ ਜਾਂਦੇ ਆ। ਇਦਾਂ ਹੋ ਜਾਂਦੀ ਹੈ, ਜੌਬ ਤੇ ਜਾ ਕੇ ਕਿਵੇਂ ਤਾਂ ਕਰ ਲਈਦੀ ਆ। ਥੈਂਕ ਯੂ ਨਰਵੈਲ ਜੀ, ਤੁਹਾਡਾ ਬਹੁਤ ਮਿਹਰਬਾਨੀ। ਥੈਂਕ ਯੂ ਸੋ ਮਚ ਜੀ। ਸੋ ਬਿਲਕੁਲ ਜੀ, ਇਹਨਾਂ ਨੇ ਦੱਸ ਤੇ ਦਿੱਤਾ ਆ ਮੈਨੂੰ ਕਿ ਇਹ ਕ੍ਰੇਨ ਕਰਦੀ ਕੀ ਆ, ਪਰ ਹੁਣ ਮੇਰੇ ਲਈ ਇੱਕ ਚੈਲੰਜ ਇਹ ਵੀ ਆ ਕਿ ਮੈਂ ਇਹਦੇ ਤੋਂ ਉਤਰਨਾ ਥੱਲੇ ਕਿਵੇਂ ਆ ਨਾ। ਮੈਂ ਪੁੱਠੇ ਕੰਮ ਬਹੁਤ ਕਰਦੀ ਆ, ਪਰ ਮੈਨੂੰ ਚੰਗਾ ਲੱਗਦਾ ਤੁਹਾਡੇ ਨਾਲ ਮਸਤੀ ਕਰਨੀ, ਗੇੜੀਆਂ ਮਾਰਨੀਆਂ। ਪਰ ਹੁਣ ਇੱਕ ਹੋਰ ਬੜੀ ਵਧੀਆ ਚੀਜ਼ ਆ, ਉਹ ਵੀ ਇਸੇ ਹੀ B&B ਟਰੱਸਟ ਦੀ ਜਿਹੜੀ ਸ਼ਾਪ ਆ ਉਹਦੇ ਵਿੱਚ ਹੀ ਆ। ਉਹ ਕੀ ਆ ਉਹ ਵੀ ਤੁਹਾਨੂੰ ਦਿਖਾਲਦੇ ਆ, ਪਰ ਜਾਣਾ ਕਿਤੇ ਨਹੀਂ, ਵੇਟ ਕਰੋ, ਮੈਨੂੰ ਉੱਤਰ ਲੈਣ ਦਿਓ। ਪਰ ਮੈਂ ਕੈਮਰੇ ਤੇ ਨਹੀਂ ਉਤਰਨਾ, ਮੈਂ ਹੁਣ ਦੱਸ ਦਿੱਤਾ, ਕਿਉਂਕਿ ਡਿੱਗਿਆ ਬੰਦਾ ਫਿਰ ਸਾਰੇ ਹੱਸਣ ਲੱਗ ਪੈਂਦੇ ਆ। ਸੋ ਕੀਪ ਵਾਚਿੰਗ ਸਾਂਝਾ TV, ਵਾਪਸ ਆਉਂਦੇ ਆ ਜੀ। ਸੋ ਮੈਨੂੰ ਪੂਰੀ ਉਮੀਦ ਹੈ ਕਿ ਗੇੜੀ ਰੂਟ ਤੁਸੀਂ ਅੱਜ ਪੂਰਾ ਇੰਜੋਏ ਕਰ ਰਹੇ ਹੋਵੋਗੇ। ਕਿਵੇਂ ਅਸੀਂ ਸਫ਼ਰ ਸ਼ੁਰੂ ਕੀਤਾ ਸੀ ਤੇ ਕਿਵੇਂ ਅਸੀਂ ਤੁਹਾਨੂੰ ਟਰੱਕ ਲੋਕਾਂ ਦੇ ਘਰਾਂ ਤੱਕ ਕਿਵੇਂ ਜਾਂਦੇ ਨੇ, ਟਰੱਕ ਤੇ ਲੋਡ ਹੋਏ ਤੇ ਟਰੱਕ ਲੈ ਕੇ ਜਾਂਦੇ ਕਿਵੇਂ, ਸਾਰਾ ਤੁਹਾਨੂੰ ਅਸੀਂ ਦਿਖਾਇਆ। ਪਰ ਇੱਕ ਹੋਰ ਗੱਲ ਜਿਹੜੀ ਮੇਰੇ ਪਿੱਛੇ ਤੁਸੀਂ ਦੇਖ ਰਹੇ ਹੋ, ਖਾਲਸਾ ਲਾਇਬ੍ਰੇਰੀ। ਅਕਸਰ ਮੈਂ ਆਪਣੇ ਸ਼ੋਜ਼ ਦੇ ਵਿੱਚ ਖਾਲਸਾ ਲਾਇਬ੍ਰੇਰੀ ਦਾ ਜ਼ਿਕਰ ਕਰਦੀ ਰਹਿੰਦੀ ਹਾਂ। ਇਹ ਖਾਲਸਾ ਲਾਇਬ੍ਰੇਰੀ ਵੀ ਇਸੇ ਹੀ B&B ਟਰੱਸਟ ਜਿਹੜਾ ਇਹਦੀ ਬਿਲਡਿੰਗ ਆ, ਇੱਥੇ ਹੀ ਖਾਲਸਾ ਲਾਇਬ੍ਰੇਰੀ ਆ। ਪਰ ਇਹ ਲਾਇਬ੍ਰੇਰੀ ਮੈਂ ਅੱਜ ਸਿਰਫ ਦੱਸਣ ਦਾ ਇਹੀ ਮਕਸਦ ਸੀ ਕਿ 76 ਤੇ 132 ਦੇ ਕਾਰਨਰ ਤੇ ਇਹੋ ਕਦੇ ਵੀ ਤੁਸੀਂ ਆਉਣਾ ਚਾਹੁੰਦੇ ਹੋ ਆ ਸਕਦੇ ਹੋ। ਪਰ ਇਸ ਲਾਇਬ੍ਰੇਰੀ ਨੂੰ ਕਵਰ ਕਰਨ ਦੇ ਲਈ ਮੈਨੂੰ ਇੱਕ ਗੇੜੀ ਰੂਟ ਹੋਰ ਕਰਨਾ ਪੈਣਾ ਕਿ ਲਾਇਬ੍ਰੇਰੀ ਦੇ ਅੰਦਰ ਕੀ ਆ। ਤੇ ਪਰ ਗੇੜੀ ਰੂਟ ਹਾਲੇ ਫਿਨਿਸ਼ ਨਹੀਂ ਹੋਇਆ। ਮੇਨ ਪਰਸਨ ਖਾਸ ਇੰਪੋਰਟੈਂਟ ਜਿਨ੍ਹਾਂ ਦੇ ਕੋਲੋਂ ਜ਼ਿਆਦਾ ਇਨਫੋਰਮੇਸ਼ਨ ਲੈਣੀ ਆ, ਸੋ ਉਹਨਾਂ ਦੇ ਨਾਲ ਤੁਹਾਨੂੰ ਮਿਲਾਉਂਦੇ ਆ ਤੇ ਫੇਰ ਹੀ ਅਸੀਂ ਤੁਹਾਡੇ ਤੋਂ ਅਲਵਿਦਾ ਹੋਵਾਂਗੇ। ਸੋ ਆਓ ਚੱਲਦੇ ਆ ਲਾਸਟ ਪਰਸਨ ਦੇ ਕੋਲ ਜਿਨ੍ਹਾਂ ਦੇ ਕੋਲੋਂ ਬਹੁਤ ਸਾਰੀ ਅਸੀਂ ਇਨਫੋਰਮੇਸ਼ਨ ਲੈਣੀ ਹੈ। ਸੋ ਤੁਹਾਨੂੰ ਮੈਂ ਸ਼ਾਪ 'ਚ ਲੈ ਕੇ ਗਈ ਸੀ, ਕਿਵੇਂ ਸਟੈਪ ਬਾਈ ਸਟੈਪ ਜਿਹੜੇ ਆ ਟਰੱਸਟ ਬਣਦੇ ਆ। ਸੋ ਕਿਵੇਂ ਅੰਦਰ ਸ਼ਾਪ ਦੇ ਵਿੱਚ ਜਿਹੜੇ EMPLOYEES ਕਿਵੇਂ ਕੰਮ ਕਰਦੇ ਸੀ, ਸੋ ਸਾਰਾ ਦੇਖਿਆ। ਟਰੱਕ ਤੇ ਲੋਡ ਕੀਤੇ ਤੇ ਟਰੱਕ ਡਿਲੀਵਰੀ ਲਈ ਚਲੇ ਗਿਆ। ਪਰ ਇੱਕ ਸਾਡੇ ਕੋਲ ਜਿਵੇਂ ਮੈਂ ਦੱਸਿਆ ਸੀ ਕਿ ਲਾਸਟ ਪਰਸਨ ਹੈ ਜਿਨ੍ਹਾਂ ਦੇ ਕੋਲੋਂ ਬਹੁਤ ਸਾਰੇ ਸਵਾਲ ਕਰਨੇ ਆ। ਸੋ B&B ਟਰੱਸਟ ਦਾ ਜਦੋਂ ਨਾਂ ਆਉਂਦਾ ਤੇ ਨਾਲ ਹੀ ਇੱਕ ਨਾਂ ਤੁਸੀਂ ਸਾਰੇ ਜਾਣਦੇ ਹੋ। ਵੈਸੇ ਜੇ ਮੈਂ ਵੈਸੇ ਗੱਲ ਕਰਾਂ ਤੇ ਬਿੱਲ ਸੰਧੂ, ਪਰ ਜੇ ਤੁਸੀਂ ਜਿੱਦਾਂ ਜਾਣਦੇ ਹੋ ਬਿੱਲਾ ਸੰਧੂ। ਸੋ ਸੁਖਵਿੰਦਰ ਸਿੰਘ ਸੰਧੂ ਉਹਨਾਂ ਦੇ ਨਾਲ ਗੱਲ ਕਰਦੇ ਆ। ਹੁਣ ਤੁਸੀਂ ਕਹਿਣਾ ਇੱਕ ਨਾਂ ਲਿਆ ਸੀ, 2 ਲਏ, ਹੁਣ ਤੀਜਾ ਨਾਂ। ਐਕਚੁਅਲ ਦੇ ਵਿੱਚ ਇਹਨਾਂ ਦਾ ਨਾਂ ਸੁਖਵਿੰਦਰ ਸਿੰਘ ਸੰਧੂ ਆ, ਪਰ ਇਹਨਾਂ ਨੂੰ ਬਿੱਲਾ ਮਾਲੜੀ ਵਾਲਾ ਕਹਿੰਦੇ ਆ। ਸੋ ਆਜੋ ਇਹਨਾਂ ਦੇ ਨਾਲ ਗੱਲਬਾਤ ਕਰਦੇ ਆ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਥੈਂਕ ਯੂ ਫॉर योर ਟਾਈਮ ਜੀ, ਥੈਂਕ ਯੂ ਵੈਰੀ ਮਚ। ਹਾਂ, ਹੁਣ ਅਸੀਂ ਤੁਹਾਨੂੰ ਬਿੱਲਾ ਕਹਿ ਕੇ ਗੱਲ ਕਰੀਏ ਜਾਂ ਬਿੱਲ ਸੰਧੂ ਕਹਿ ਕੇ ਗੱਲ ਕਰੀਏ? ਸੇਮ ਹੀ ਚੀਜ਼ ਹੈ ਜੀ। ਵੈਸੇ ਜੀ ਤੁਹਾਨੂੰ ਬਿੱਲੇ ਦੇ ਨਾਲ ਨਾਲ ਲੋਕੀ ਜ਼ਿਆਦਾ ਜਾਣਦੇ ਨੇ। ਹਾਂਜੀ। ਸੋ ਅਸੀਂ ਦੇਖ ਕੇ ਆਏ ਹਾਂ ਜੀ ਪਿੱਛੇ ਸ਼ਾਪ ਦੇ ਵਿੱਚ ਟਰੱਸਟ ਬਣਦੇ ਕਿਵੇਂ ਆ। ਸੋ ਰਿਸੈਪਸ਼ਨ ਤੋਂ ਲੈ ਕੇ ਡਿਜ਼ਾਈਨਰ ਤੱਕ, ਸੇਲਸ ਪਰਸਨ ਤੱਕ, ਉਸ ਤੋਂ ਬਾਅਦ ਫਾਈਨਲ ਦੇਵ ਦੇ ਕੋਲ ਜਾਂਦੇ ਆ, ਉਹ ਡਿਜ਼ਾਈਨ ਕਰਦੇ ਆ। ਸੋ ਕਿਵੇਂ ਸ਼ਾਪ 'ਚ ਗਏ, ਅਸੀਂ ਸਾਰਾ ਟੂਰ ਲਿਆ। ਸੋ ਥੈਂਕਸ ਟੂ ਯੂ ਕਿ ਤੁਸੀਂ ਸਾਨੂੰ ਟਾਈਮ ਦਿੱਤਾ ਔਰ ਇਹ ਟੂਰ ਲੈਣ ਦਾ ਮੌਕਾ ਦਿੱਤਾ। ਤੇ ਹੁਣ ਅਸੀਂ ਤੁਹਾਡੇ ਕੋਲ ਆ ਜਾਂਦੇ ਹਾਂ ਕਿ ਤੁਸੀਂ ਦੱਸੋ
ਕਿ ਦੱਸੋ ਕਿ ਜੀ ਸਾਨੂੰ ਪਤਾ ਕਿ ਬਿਜ਼ਨਸਮੈਨ ਜਿਹੜੇ ਆ ਉਹਨਾਂ ਦੇ ਫੋਨ ਤੇ ਸਾਰੇ ਕੰਮ ਚੱਲਦੇ ਆ ਔਰ ਖਾਸ ਕਰ ਅੱਜ ਕੱਲ੍ਹ ਤੇ ਜ਼ਿਆਦਾ ਆ। ਸੋ ਤੁਸੀਂ ਸਾਨੂੰ ਦੱਸੋ ਕਿ ਕਿੰਨੇ ਸਮੇਂ ਤੋਂ ਤੁਸੀਂ BNB ਟਰਸਟ ਦੇ ਨਾਲ ਸਤੰਬਰ 1992 1992 1992 ਦੇ ਸੋ ਵਿੱਚ 1992 ਤੋਂ ਉਦੋਂ ਤੋਂ ਕੀ ਚੇਂਜਸ ਦੇਖਿਆ ਤੁਸੀਂ ਉਦੋਂ ਤੋਂ ਲੈ ਕੇ 2020 ਤੱਕ? ਬੜੇ ਸੈਂਪਲ ਘਰ ਹੁੰਦੇ ਸੀ ਉਦੋਂ, ਜੇ ਕਿਤੇ ਕੋਈ 40 ਫੁੱਟੇ ਟਰੱਸ ਆ ਜਾਣੇ ਤੇ ਕਹਿਣਾ ਬੜੇ ਵੱਡੇ ਟਰੱਸ ਆ ਗਏ। ਹੁਣ 100 ਫੁੱਟੇ ਵੀ ਆ ਜਾਂਦੇ ਆ ਤਾਂ ਉਹ ਵੀ ਨਹੀਂ ਵੱਡੇ ਲੱਗਦੇ ਜੀ। ਉਦੋਂ ਯੂਜ਼ਲੀ ਹੁੰਦੇ ਸੀ, ਤੁਸੀਂ ਜੇ ਪੁਰਾਣੇ ਘਰਾਂ ਵੱਲ ਨੂੰ ਦੇਖੋਗੇ ਇੱਕ ਬਾਕਸ ਹੁੰਦਾ ਸੀ ਤੇ ਇੱਕ ਖੂੰਜਾ ਬਾਹਰ ਨੂੰ ਕੱਢਿਆ ਹੁੰਦਾ ਸੀ। 90% ਆਲਮੋਸਟ ਇੱਕੋ ਜਿਹੇ ਘਰ ਹੁੰਦੇ ਸੀ ਜੀ। ਹੁਣ ਤੁਸੀਂ ਰੋਡ ਤੇ ਜਾਓਗੇ ਤੁਹਾਨੂੰ ਇੱਕ ਦੇ ਨਾਲ ਦੂਜਾ ਘਰ ਮਿਲਣਾ ਹੀ ਨਹੀਂ ਉਦਾਂ ਦਾ। ਡਿਜ਼ਾਈਨਿੰਗ ਐਵਰੀਥਿੰਗ ਕਸਟਮ, ਐਵਰੀਥਿੰਗ ਪੀਪਲਸ ਮੋਰ ਫੈਂਸੀਅਰ। ਬਹੁਤ ਵਧੀਆ ਲੱਗਾ ਬਿਲ ਜੀ ਤੁਹਾਡੇ ਸਟਾਫ ਦੇ ਨਾਲ ਮਿਲ ਕੇ ਜਿਹੜੇ ਪਿੱਛੇ ਕੰਮ ਕਰਦੇ ਆ ਔਰ ਮੈਨੂੰ ਬੜਾ ਚੰਗਾ ਲੱਗਾ। ਕੋਈ 26 ਸਾਲ ਤੋਂ, ਕੋਈ 30 ਸਾਲ ਤੋਂ, ਕੋਈ ਕਿੰਨੇ ਸਾਲਾਂ ਤੋਂ ਕੰਮ ਕਰ ਰਹੇ ਤੁਹਾਡੇ ਨਾਲ ਜੁੜੇ ਆ। ਸਾਰੇ ਬੜੇ ਖੁਸ਼ ਨੇ, ਬੜਾ ਵਧੀਆ ਉਹਨਾਂ ਨੇ ਰਿਸਪੌਂਸ ਦਿੱਤਾ ਔਰ ਕੰਮ ਬੜਾ ਵਧੀਆ ਕਰ ਰਹੇ ਹੈਗੇ ਆ। ਔਰ ਤੁਸੀਂ ਜਿਵੇਂ ਮੈਂ ਗੱਲ ਕੀਤੀ ਸੀ ਕਿ ਅਸੀਂ ਦੇਖ ਕੇ ਆਏ ਟਰੱਸਟ ਬਣ ਗਿਆ, ਸਾਰੇ ਸ਼ਿਪ ਆਊਟ ਕਰ ਦਿੱਤੇ ਆ, ਟਰੱਕ ਲੈ ਗਿਆ। ਪਰ ਸਾਡੇ ਪੰਜਾਬੀਆਂ 'ਚ ਇੱਕ ਹੁੰਦਾ ਕਿ ਅਸੀਂ ਪ੍ਰਾਈਸ ਸ਼ੌਪ ਅਰਾਊਂਡ ਬਹੁਤ ਕਰਦੇ ਆ ਔਰ ਅਸੀਂ ਨੈਗੋਸ਼ੀਏਸ਼ਨ ਵੀ ਕਰਦੇ ਆ, ਅਸੀਂ ਬਾਰਗਨ ਵੀ ਬਹੁਤ ਕਰਦੇ ਆ। ਕਿ ਇਸ ਬਿਜ਼ਨਸ 'ਚ ਵੀ ਇਹ ਸਾਰਾ ਕੁਝ ਹੁੰਦਾ ਹੈ? ਪਰ ਮੈਂ ਇਸ ਬਿਜ਼ਨਸ 'ਚ ਲੱਕੀ ਹਾਂ ਕਿ ਮੇਰੇ ਕੋਲ 80% ਬਿਜ਼ਨਸ ਜਿਹੜਾ ਆ ਉਹ ਬਿਨਾਂ ਪ੍ਰਾਈਸ ਤੋਂ। ਤੁਸੀਂ ਸ਼ਾਇਦ ਆਉਂਦੇ ਜਾਂਦੇ ਦੇਖਦੇ ਹੋ ਕਈ ਵਾਰੀ ਮੇਰੇ ਆਫਿਸ ਦੇ ਮੂਹਰੇ ਡੱਬਾ ਭਰਿਆ ਪਿਆ ਹੁੰਦਾ ਹੈ ਪ੍ਰਾਈਸ ਕਰਨ ਲਈ ਜੀ। ਉਹ ਸਭ ਡਿਲੀਵਰ ਹੋਏ ਹੁੰਦੇ ਆ ਔਰ ਉਹਨਾਂ ਦੀ ਪ੍ਰਾਈਸ ਫਿਰ ਮੈਂ ਕਿਸੇ ਤੋਂ ਨਹੀਂ ਕਰਾਉਂਦਾ, ਉਹ ਜਾਂ ਮੈਂ ਕਰਨੀ ਆ ਜਾਂ ਬਰੂਸ ਨੇ ਕਰਨੀ ਆ। ਸੋ ਮੈਂ ਆਪਣੇ ਆਪ ਨੂੰ ਬਹੁਤ ਲੱਕੀ ਕਹਿੰਦਾ ਕਿ ਮੇਰੇ ਕੋਲ 80% ਬਿਜ਼ਨਸ ਉਹ ਆ ਜਿਹਨੇ ਮੈਨੂੰ ਕਦੀ ਅੱਜ ਦੀ ਪ੍ਰਾਈਸ ਹੀ ਨਹੀਂ ਪੁੱਛੀ। ਫੋਨ ਆ ਜਾਣਾ ਕਿ ਆਹ ਪਲਾਨ ਆ ਗਿਆ ਇਹਦੇ ਘਰ ਦੇ ਟਰੱਸ ਭੇਜ ਦਿਓ ਜੀ। ਓਨਲੀ 20% ਆ। ਔਰ ਮੈਂ ਤੁਸੀਂ ਦੇਖੇ ਹੋਣਗੇ ਕਿ ਬਹੁਤ ਸ਼ਾਪਾਂ ਤੇ ਨੈਗੋਸ਼ੀਏਸ਼ਨ ਹੁੰਦੀ ਹੈ ਪਰ ਉਹਨਾਂ 'ਚ ਇੱਕ ਇੱਦਾਂ ਦੀ ਹੁੰਦੀ ਜਿਹੜੇ ਨਹੀਂ ਕਰਦੇ। ਆਪਾਂ ਉਹਨਾਂ 'ਚੋਂ ਆ। ਸਾਡੇ ਇੱਥੇ ਨੈਗੋਸ਼ੀਏਸ਼ਨ ਨਹੀਂ ਹੁੰਦੀ, ਜਿਹੜੀ ਪ੍ਰਾਈਸ ਬਣ ਗਈ ਬਣ ਗਈ। ਹੋ ਸਕਦਾ ਮੇਰੀ ਲੋਕਾਂ ਨਾਲ ਜ਼ਿਆਦਾ ਹੋਵੇ, ਹੋ ਸਕਦਾ ਘੱਟ ਹੋਵੇ। ਮੈਂ ਕਦੀ ਕਿਸੇ ਹੋਰ ਦੀ ਪ੍ਰਾਈਸ ਨਹੀਂ ਦੇਖਦਾ। ਹਾਂ, ਮੈਂ ਇਹ ਕਹਿ ਸਕਦਾ ਕਿ ਜੇ ਮੇਰੀ ਪ੍ਰਾਈਸ ਬਣੀ ਆ ਤੇ ਮੇਰੇ ਕੋਲ ਤੁਸੀਂ ਆਨੇ ਆ ਕਿ ਮੇਰੀ ਪ੍ਰਾਈਸ ਜ਼ਿਆਦਾ ਲੱਗਦੀ ਹੈ, ਮੈਂ ਬਰੂਸ ਨੂੰ ਕਹਿ ਸਕਦਾ ਤੂੰ ਚੈੱਕ ਕਰ ਦੇ, ਉਹਦੀ ਬਣੀ ਆ ਮੈਂ ਚੈੱਕ ਕਰ ਦੇਵਾਂ। ਵਾਈਸ ਵਰਸਾ ਕਿ ਕਿਤੇ ਇਦਾਂ ਤਾਂ ਨਹੀਂ ਵੀ ਮੇਰੇ ਕੋਲ ਮਿਸਟੇਕ ਹੋਈ ਆ। ਪਰ ਅਸੀਂ ਹੋਰ ਕਿਸੇ ਦੀ ਪ੍ਰਾਈਸ ਨਹੀਂ ਦੇਖਦੇ ਜੀ। ਸੋ ਕਿਸੇ ਹੋਰ ਦੀ ਪ੍ਰਾਈਸ ਬੀਟ ਨਹੀਂ ਕਰਦੇ ਕਦੀ ਵੀ ਜੀ। ਤੇ ਅਕਸਰ ਦੇਖਿਆ ਜਾਂਦਾ ਕਿ ਜਦੋਂ ਅਸੀਂ ਬਾਹਰ ਮਾਰਕੀਟ ਦੀ ਗੱਲ ਕਰਦੇ ਆ ਬਿੱਲੇ ਤੇ ਬਰੂਸ ਦੀ ਜੋੜੀ ਵੱਜਦੀ ਹੈ। ਤੇ ਮੈਂ ਜਦੋਂ ਅਸੀਂ ਆਏ ਸੀ ਅੰਦਰ ਤੇ ਮੈਂ ਦੇਖਿਆ ਬਹੁਤ ਸਾਰੇ ਅਵਾਰਡ ਆ ਜਿਹੜੇ। ਸੋ ਥੋੜਾ ਜਿਹਾ ਆਪਣੀ ਕੰਪਨੀ ਦੇ ਬਾਰੇ ਹੋਰ ਦੱਸੋਗੇ ਸਾਨੂੰ? ਅਸੀਂ 1985 ਤੋਂ ਕਿਸੇ ਕੰਪਨੀ ਲਈ ਕੰਮ ਕਰਦੇ ਸੀ ਦੋਨੇ ਜਣੇ ਜੀ। ਮੁੜ ਕੇ 1992 ਦੇ ਵਿੱਚ ਅਸੀਂ ਆਪਣੀ BNB ਟਰੱਸਟ ਫਾਊਂਡ ਕੀਤੀ ਜੀ। ਫਿਰ ਸਾਨੂੰ ਤਕਰੀਬਨ 8 ਸਾਲ ਲੱਗ ਗਏ ਵੈਸਟਰਨ ਵਾਟਰਸ ਐਸੋਸੀਏਸ਼ਨ ਦਾ ਪਾਰਟ ਬਣਦੇ ਹਨ। ਫਿਰ ਜਦੋਂ ਅਸੀਂ ਪਾਰਟ ਬਣੇ ਔਰ ਸਾਨੂੰ ਪਹਿਲੇ ਸਾਲ ਹੀ ਅਵਾਰਡ ਮਿਲਿਆ। ਕੀ ਬਾਤ ਹੈ। ਔਰ ਜੇ ਤੁਸੀਂ ਉਹ 2002 ਤੋਂ ਲੈ ਕੇ 2020 ਦੇ ਵਿੱਚ ਦਾ ਅਵਾਰਡ ਵੀ ਉਸ ਸ਼ੈਲਫ ਦੇ ਉੱਤੇ ਪਿਆ ਆ। ਅਸੀਂ ਉਸ ਤੋਂ ਬਾਅਦ ਉਹ ਹੱਥੋਂ ਨਿਕਲ ਨਹੀਂ ਦਿੱਤਾ। ਔਰ ਇਹਦਾ ਜਿਹੜਾ ਸਿਲਾ ਮੈਂ ਆਪਣੇ ਆਪ ਨੂੰ ਨਹੀਂ ਦਿੰਦਾ। ਤੁਸੀਂ ਸ਼ਾਇਦ ਹੁਣੇ ਦੇਖ ਕੇ ਆਏ ਹੋਵੋਗੇ ਡੇਵ ਆ ਮੇਰੇ ਨਾਲ 94 ਦਾ ਕੰਮ ਕਰਦਾ, ਜੋਗਾ ਆ ਉਦੋਂ ਦਾ ਕੰਮ ਕਰਦਾ। ਇਹ ਉਹਨਾਂ ਦੋਨਾਂ ਦੀ ਆ। ਜੋਗਾ ਚੈੱਕ ਕਰਦਾ ਰਹਿੰਦਾ ਔਰ ਮੁੰਡੇ ਆਪੋ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਂਦੇ ਆ। ਇੱਕ ਤੁਸੀਂ ਸ਼ਾਇਦ ਪਿੱਛੇ ਦੇਖਿਆ ਹੋਊਗਾ ਕਿ ਆਪਣਾ ਪਲਾਂਟ ਜਿਹੜਾ ਮੋਸਟ ਪਲਾਂਟ ਹੈ ਜਿਹੜਾ ਕਿ ਮੋਸਟ ਆਟੋਮੇਟਿਡ ਪਲਾਂਟ ਆ। ਤੁਸੀਂ ਦੇਖੇ ਹੋਣੇ ਕਿ ਆਪੇ ਮਸ਼ੀਨਾਂ ਕੱਢਦੀਆਂ ਆਪੇ ਬਣ। ਸੋ ਜਦੋਂ ਤੁਹਾਡੇ ਕੋਲ ਇਕਵਿਪਮੈਂਟ ਪ੍ਰੋਪਰ ਆ, ਬੰਦੇ 25 ਸਾਲ ਤੋਂ ਆ, ਤਾਂ ਫਿਰ ਅਵਾਰਡ ਤਾਂ ਮਿਲਣਾ ਹੀ ਆ ਨਾ। ਤੇ ਹਾਊ ਆਫਟਨ ਤੁਸੀਂ ਗੇੜੀ ਲਾਉਂਦੇ ਆ? ਕਿੰਨਾ ਕਿ ਤੁਸੀਂ ਆਪਣਾ ਟਾਈਮ ਸਪੈਂਡ ਕਰਦੇ ਆ ਸ਼ਾਪ 'ਚ? ਆਈ ਨੋ ਯੂ ਆਰ ਵੈਰੀ ਬਿਜ਼ੀ ਪਰਸਨ, ਪਰ ਤੁਸੀਂ ਕਿੰਨਾ ਟਾਈਮ ਸਪੈਂਡ ਕਰਦੇ ਹੋ ਸ਼ਾਪ ਦੇ ਵਿੱਚ? 1-2 ਗੇੜੀ ਲੱਗ ਜਾਂਦੇ ਆ ਪਰ ਗੁਰਪ੍ਰੀਤ ਹੈਂਡਲ ਕਰੀ ਜਾਂਦਾ ਰਹਿੰਦਾ ਆਪੇ। ਔਰ ਤੁਸੀਂ ਜਦੋਂ ਹੁਣ ਜਾਂਦੇ ਹੈਗੇ ਸ਼ਾਪ 'ਚ, ਜਦੋਂ ਪਹਿਲਾਂ ਸ਼ੁਰੂ ਕੀਤਾ ਸੀ ਉਦੋਂ ਤੋਂ ਲੈ ਕੇ ਹੁਣ ਤੇ ਮੈਂ ਵੀ ਹੈਰਾਨ ਆ ਕਿ ਮਸ਼ੀਨ ਸਾਰਾ ਕੁਝ ਕਰ ਰਹੀ ਆ, ਕੰਪਿਊਟਰਾਈਜ਼ ਆ ਸਾਰਾ ਕੁਝ। ਪਰ ਬੈਕ ਤੇ ਜਦੋਂ ਅਸੀਂ ਨਰਵੈਲ ਉਹਨਾਂ ਦੇ ਨਾਲ ਗੱਲ ਕੀਤੀ, ਉਹ ਕਹਿੰਦੇ ਕਿ ਉਦੋਂ ਤਾਂ ਇੱਕ ਡੰਪ ਟਰੱਕ ਵਾਂਗੂ ਟ੍ਰੇਲਰ ਤੇ ਚੱਕ ਕੇ ਛੱਡ ਕੇ ਆਉਂਦੇ ਹੁੰਦੇ ਸੀ ਟਰੱਕ ਨਾ। ਤੇ ਨਹੀਂ, ਕ੍ਰੇਨ ਟਰੱਕ ਤਾਂ ਹੁੰਦਾ ਸੀ ਪਰ ਜਿਹੜੇ ਆਰੇ ਵਗੈਰਾ ਆ ਜਿਹੜੇ ਹੁਣ ਆਪੇ ਹੀ ਚੱਲਦੇ ਆ, ਉਹ ਸਾਡੀਆਂ ਲੱਤਾਂ ਦੇ ਮੋਹਰੇ ਜਿੱਦਾਂ ਐਪਰਨ ਨਹੀਂ ਬੀਬੀਆਂ ਨੇ ਪਾਏ ਹੁੰਦੇ, ਐਪਰਨ ਪਾਏ ਹੁੰਦੇ ਸੀ, ਉਹ ਲੱਤਾਂ ਨਾਲ ਘੁਮਾ ਕੇ ਉਹਨਾਂ ਨੂੰ ਸੈਟਅਪ ਕਰਨੀ,
ਔਰ ਹੁਣ ਮੇਰੇ ਖਿਆਲ ਵਿੱਚ ਇਹਨਾਂ ਮੁੰਡਿਆਂ ਨੂੰ ਜੇ ਕਿਸੇ ਨੂੰ ਵੀ ਕਹਿ ਦਿਓ ਚਲਾ ਲਓ ਨਹੀਂ ਚਲਾ ਪਾਉਣਗੇ, ਕਿਉਂਕਿ ਜਿੱਦਾਂ ਜਿੱਦਾਂ ਟੈਕਨੋਲੋਜੀ ਚੇਂਜ ਹੋਈ ਗਈ ਹਿਊਮਨ ਵੀ ਚੇਂਜ ਹੋਈ ਜਾਂਦੇ ਆ ਜੀ। ਤੇ ਕਾਫੀ ਫਰਕ ਪਿਆ ਆ। ਤੇ ਹੁਣ ਜਦੋਂ ਅਸੀਂ ਗੱਲ ਕਰਦੇ ਹਾਂ 2020 ਆਹ ਵਰਾ ਸਾਰੇ ਕਹਿੰਦੇ ਆ ਕਿ ਜਦੋਂ ਚੜਿਆ ਸੀ ਤੇ ਬਹੁਤ ਉਮੀਦਾਂ ਸੀ, ਪਰ ਹੁਣ ਬਹੁਤ ਡਾਊਨ ਜਾ ਰਹੇ ਹੈਗੇ ਕੋਵਿਡ-19 ਦੇ ਕਰਕੇ। ਸੋ ਤੁਹਾਨੂੰ ਕਿੰਨਾ ਕੁ ਫਰਕ ਪਿਆ ਬਿਜ਼ਨਸ ਨੂੰ ਕੋਵਿਡ ਦੇ ਕਰਕੇ? ਪਿਆ ਆ, ਇਹ ਨਹੀਂ ਪਿਆ ਨਹੀਂ, ਪਰ ਜੇ ਤੁਸੀਂ ਇਹ ਦੇਖੇ ਜਾਓ ਕਿ ਬਿਜ਼ਨਸ ਜਿਹੜਾ ਉਹ ਹਰ ਵੇਲੇ ਪੈਸੇ ਬਣਾਉਣ ਦਾ ਨਾਂ ਨਹੀਂ। ਮੈਂ ਸਟਿਲ ਖੁਸ਼ ਹਾਂ ਕਿ ਸਾਡੇ ਐਵਰੀ ਸਿੰਗਲ EMPLOYEE ਸਟਿਲ ਆਪਣਾ ਫੁੱਲ ਟਾਈਮ ਕੰਮ ਕਰਕੇ ਜਾ ਰਹੇ ਨੇ। ਸਾਨੂੰ ਹਾਲੇ ਵੀ ਕਿਸੇ EMPLOYEE ਨੂੰ ਘਰ ਨਹੀਂ ਬਿਠਾਉਣਾ ਪਿਆ। ਔਰ ਮੇਰੇ ਖਿਆਲ ਦੇ ਵਿੱਚ ਪੈਸਿਆਂ ਨਾਲੋਂ ਇਹ ਜ਼ਿਆਦਾ ਖੁਸ਼ੀ ਵਾਲੀ ਗੱਲ ਆ ਕਿ ਸਾਡੇ ਸਾਰਿਆਂ ਦੇ ਘਰਾਂ ਨੂੰ ਇੰਨੇ ਕੁ ਪੈਸੇ ਜਾ ਰਹੇ ਆ ਕਿ ਅਸੀਂ ਆਪਣੇ ਟੱਬਰ ਜਿਹੜੇ ਆ ਪਾਲ ਰਹੇ ਹਾਂ। ਦੈਟਸ ਵੈਰੀ ਨਾਈਸ। ਸੋ ਥੈਂਕ ਯੂ ਵੈਰੀ ਮੱਚ ਤੁਹਾਡੇ ਟਾਈਮ ਦੇ ਲਈ, ਔਰ ਤੁਸੀਂ ਬਹੁਤ ਵਧੀਆ ਆਪਣੀ ਕੰਪਨੀ ਦੇ ਬਾਰੇ ਸਾਨੂੰ ਦੱਸਿਆ, ਔਰ ਅਸੀਂ ਸਾਰੇ ਅਵਾਰਡ ਦੇਖੇ ਆ ਤੇ ਅਸੀਂ ਤੁਹਾਨੂੰ ਇਹੀ ਬੈਸਟ ਵਿਸ਼ੇਸ ਦਿੰਦੇ ਆ ਕਿ 2021 ਦਾ ਅਵਾਰਡ ਵੀ ਇੱਥੇ ਆਵੇ ਤੇ ਅਸੀਂ ਫਿਰ ਤੁਹਾਡੇ ਨਾਲ ਗੱਲਬਾਤ ਕਰਨ ਆਈਏ। ਸੋ ਥੈਂਕ ਯੂ ਵੈਰੀ ਮੱਚ। ਅਸੀਂ ਗੇੜੀ ਰੂਟ ਦਾ ਜਿਹੜਾ ਐਪੀਸੋਡ ਕੰਪਲੀਟ ਸਾਡਾ ਹੋ ਗਿਆ ਤੁਹਾਡੇ ਨਾਲ ਗੱਲ ਕਰਨ ਤੋਂ ਬਾਅਦ। ਸੋ ਥੈਂਕ ਯੂ ਫॉर योर ਟਾਈਮ। ਥੈਂਕ ਯੂ ਜੀ। ਔਰ ਜਿਹੜਾ 2021 ਦਾ ਰਿਹਾ ਅਸੀਂ ਕਦੀ ਹੁਣ ਇਹ ਕਹਿੰਦੇ ਨਹੀਂ, ਕੋਸ਼ਿਸ਼ ਕਰਾਂਗੇ ਅਸੀਂ ਹੱਕ ਜਮਾਈ ਦਾ ਲੈ ਕੇ ਆਵਾਂਗੇ ਜੀ। ਥੈਂਕ ਯੂ ਜੀ, ਗੁੱਡ ਲੱਕ। ਥੈਂਕ ਯੂ ਵੈਰੀ ਮੱਚ ਜੀ। ਸੋ ਗੇੜੀ ਰੂਟ ਦੀ ਗੱਲ ਕਰਦੇ ਸੀ B&B। ਸੋ ਜਦੋਂ B&B ਦੀ ਗੱਲ ਆਉਂਦੀ ਹੈ ਤੇ ਉੱਥੇ ਗੱਲ ਆਉਂਦੀ ਹੈ ਬਿੱਲਾ ਤੇ ਬਰੂਸ ਦੀ ਜੋੜੀ। ਸੋ ਇਹਨਾਂ ਦੀ ਸ਼ੁਰੂਆਤ ਕੀਤੀ ਹੈ B&B ਦੀ। ਸੋ ਪਹਿਲਾਂ ਅਸੀਂ ਗੱਲ ਕੀਤੀ ਸੀ ਜੀ ਬਿਲ ਸੰਧੂ ਹੋਣਾ ਦੇ ਨਾਲ, ਤੇ ਉਹਨਾਂ ਨੇ ਦੱਸਿਆ ਕਿ B&B ਇਸ ਕੰਪਲੀਟ ਨਹੀਂ ਹੋਈ ਕਿਉਂਕਿ ਬਰੂਸ ਦੇ ਨਾਲ ਵੀ ਅਸੀਂ ਮਿਲਣਾ ਚਾਹੁੰਦੇ ਸੀ। ਸੋ ਇਹ ਸੈਕੰਡ B ਆ ਜੀ ਜਦੋਂ B&B ਦੀ ਗੱਲ ਆਉਂਦੀ ਹੈ ਨਾ। ਸੋ ਬਿੱਲਾ ਐਂਡ ਬਰੂਸ। ਸੋ ਹੈਲੋ ਬਰੂਸ, ਹਾਊ ਆਰ ਯੂ? Hi, thank you. Thank you for your time. I know you're very busy. No problem. I'm always busy. You know, I'm working for a Punjabi company. That's They good. keep you busy. Yeah, that's very good. Actually, we were just doing a show here, and we just go back shop and we just recorded everything, whatever we needed. Okay. So it's the last. I have to ask you a few questions. Bill already told me you guys started back in '87. Right. And working together actually, and then you guys start B&B back in '92. That's right. And from '92 to now it's 2020. It's a long way. I just want to know from you how you feel now, from starting to now 2020. It has been always exciting. It has always been busy and never boring. That's the good part about my job. If you ask me, I would say the whole period has gone like a day. I've never been bored. Every day something new, a new challenge is coming, a new trick. And I've been very happy. I've seen another certificate downstairs, and you've been training the city officers. Yeah. They usually come and inspect our houses, but you give them training. How is that happening? Oh, the Association of Building Inspectors of British Columbia, they have a meeting once a year, or I don't know, maybe once every 5 years, I have no idea. They invited me to go over there and train them how to do the inspection in regard to the trusses. Oh, that's good. So I had to prepare a few. So how was your experience to give them training? It was good. You know, it's I try mostly to help the industry because half of the time they bother the trust companies. I'm not talking about B&B Trust, all the trust companies, for little things which are not important. And now I gave them the confidence that, hey, certain things don't worry about it, but certain things you watch for. And it was very simple. You know, it's not that complicated if they keep their eyes open. And I think it worked out pretty good. After that, I see a lot less problem with the inspectors for nothing. That's good. And how was your experience working with the Indian community? It has been good. You know, I like to give hard time to people, joke around and kid them, you know, and Punjabis are very good. I mean, the worst of them is very good. You know, it's whenever I start bothering them or Yeah, and there's so many awards for B&B.
and like I was surprised, like B&B, that name people know in the community, and everybody know like Billa and Bruce, right? And you know, everybody call him Bill Sukhwinder, but actual people call him Billa, right? Yeah. And I talked to him earlier, like before we talked to you, right? And he told me they never negotiate the price, bargaining. Yeah. And is there anything experience you had, like sometimes people come to you and ask for price bargaining, or if you are not give them any bargaining or anything, they're gonna go back to Bill? Or if the kind of customer come to the Bill, then they just double check with you, something like that? Well, we're dealing with the Punjabis and they train us pretty good. So half of the time It happens, bargaining yeah. is happen. Oh yeah, it's happening all the time, and it's they go to Bill Sandhu, they go to Satnam Sandhu, or even sometimes Nirwal. Same thing, you know. It's they try So to find a people way. try using their links. That's right. Yeah. So if those- anybody is related or known Satnam more than like you guys, so they just come to Satnam and ask 100%. for bargaining, right? For See- less price. What is good about B&B, we don't have anybody particularly a boss. I mean, when I go to the shop, I see them all equal to me or to anybody else, and they can feel it. This is how we're dealing with them. So they could be even going and talking to a guy in the shop. He comes to me and he says, you know, this is my cousin or my friend or my neighbor, and they asked me to come and see you to give a better deal. Even it goes that far. Wow. that everybody wants to save money. Oh yeah, oh yeah. That's very Oh, good. So so- can you just tell me your any good or any bad experience since you've been working with this industry? Not really. I haven't had any bad experience. Maybe I'm the kind of guy who's always happy, so it doesn't matter. Yeah, what about the good that- experience? Maybe so Yeah. many. Too many of them. You know, it's it's really good to deal with the Punjabi community. I found them very friendly, very good. Even the people who don't do business with us because of the price or whatever, they go somewhere else. They are still like brother, you know. And I tell them, you know, I have had a lot of customers, Punjabis, which I did not sell them trusses because they show me a price from the other company, which people make mistake, and the price is way lower than our price, and I know it's under cost. They're losing money, and the guy still wants to buy trusses from us, and I tell him no. This time, even if you want to pay me that extra money, I'm not selling to you. Wow. You have to go there and you do me a favor, you know, let them lose money. That's good for me. And secondly, I don't have to keep my eyes down in front of your face because you gave me an extra $1,000. So you guys don't beat prices for other companies. You No. guys set your own goal, right? No, it's we look at the market always, and I assume we are buying material cheaper than everybody else. We probably pay a little bit higher on our labor and our staff, but we should be able to produce cheaper than other guys. And if they are lower, it's two reasons. Either we have made a mistake in our quotation, or they have made a mistake. If a customer asks me for a discount, all I do is I say, hey, I'm gonna double check it, make sure we did not make a mistake. It's a possibility. Yeah. And we do make mistakes. It's I've had experience that the guy asked me to give him a discount, and I checked it. My salesman had made a mistake of $1,500 on one house. And luckily he was a good framer. I called him, I said, you know what, thank you for asking me to check the price. Now you have to pay $1,500 more. And he did. He said, you're still That's cheaper really than good. you're That's still really cheaper good. than the other guys. Still I buy it, but I figured you're gonna give me a couple of $100 off, and that's it. That's very good. What message you want to give it to the community? Well, it's one thing that the community should be proud of is, and I have been saying that to a lot of different communities about Punjabis, because I hear, oh, their quality is not good, this, that, that.
The fact of the matter is this: if you go back the last 30 years, I've been in BC, and you take the Punjabis out of the construction community, we would be sitting in the jungle right now in here. I would say, if I say the Punjabis have built at least 70% of the construction in British Columbia, I'm not exaggerating. And they have to remember one thing, where they're coming from. And they have to give back to their community back home. It's not that to go and give money to the temple, which is good, but go and help people get married back in Punjab instead of going towards corrupted, life. If they're married, they stay on the right track. Education, pay for their education, and take care of that. Yeah, that's And a great message. don't forget about Punjab. I want Punjab to be still filled with the Punjabis. I hate it when I go over there and I see all the Punjabi houses, big castles empty, and that hurts. Yeah. It's they have to find some way to help the community back home. That's where they're coming from. Yeah. Thank you very much. You're That's a great message. Thank you, Bruce. No problem. Thank you. Take care. Okay, bye-bye. ਸੋ ਇਹ ਸੀ ਜੀ ਸਾਡੀ ਅੱਜ ਦੀ ਗੇੜੀ ਰੂਟ। ਸੋ ਜਦੋਂ ਗੇੜੀ ਰੂਟ ਦੀ ਗੱਲ ਆਉਂਦੀ ਹੈ ਤੇ ਮੈਂ ਵੀ ਹਮੇਸ਼ਾ ਐਕਸਾਈਟਡ ਰਹਿੰਦੀ ਹਾਂ ਤੁਹਾਨੂੰ ਨਵੀਂ ਜਗ੍ਹਾ ਤੇ ਲੈ ਕੇ ਜਾਣ ਨੂੰ, ਤੇ ਮੈਨੂੰ ਪੂਰੀ ਉਮੀਦ ਹੈ ਕਿ ਤੁਸੀਂ ਵੀ ਉਡੀਕਦੇ ਰਹਿੰਦੇ ਹੋ ਕਿ ਐਤਕੀ ਮੈਂ ਕਿੱਥੇ ਲੈ ਕੇ ਜਾਣਾ ਤੁਹਾਨੂੰ। ਸੋ B&B ਦੇ ਵਿੱਚ ਗੇੜੀ ਰੂਟ ਜਿਹੜਾ ਪੂਰਾ ਕੀਤਾ ਤੇ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਮੈਨੂੰ ਖੁਦ ਨੂੰ ਨਹੀਂ ਸੀ ਪਤਾ। ਸਿਰਫ ਅਸੀਂ ਦੇਖਦੇ ਸੀ ਕਿ ਘਰ ਬਣਿਆ ਆ, ਟਰੱਸ ਆਏ ਆ, ਪੈ ਗਏ ਆ, ਪਰ ਸਾਨੂੰ ਇਹ ਨਹੀਂ ਸੀ ਪਤਾ ਕਿ ਬਣਦੇ ਕਿਵੇਂ ਆ। ਔਰ ਬਹੁਤ ਸਾਰੀਆਂ ਗੱਲਾਂ ਕੀਤੀਆਂ ਸੀ B&B ਟਰੱਸਟ ਦੇ ਬਾਰੇ, ਔਰ ਤੁਸੀਂ ਵੀ ਖਾਲਸਾ ਲਾਇਬ੍ਰੇਰੀ ਦਾ ਵੀ ਮੈਂ ਜ਼ਿਕਰ ਕੀਤਾ ਸੀ। ਸੋ ਤੁਸੀਂ ਵੀ ਜ਼ਰੂਰ ਖਾਲਸਾ ਲਾਇਬ੍ਰੇਰੀ 'ਚ ਗੇੜਾ ਮਾਰਿਓ, ਤੇ ਤੁਸੀਂ ਵੀ ਘਰ ਬਣਾਉਣ ਦੇ ਸੁਪਨਿਆਂ ਦਾ ਘਰ ਬਣਾਉਣ ਦਾ ਤੁਸੀਂ ਸੋਚ ਰਹੇ ਹੋ, ਤੇ ਤੁਸੀਂ ਵੀ ਢਿੱਲ ਨਾ ਕਰਿਓ। ਦੇਖ ਤੇ ਲਿਆ ਕਿ ਕਿਵੇਂ ਟਰੱਸਟ ਬਣਦੇ ਹੈਗੇ ਆ, ਤੇ ਜ਼ਰੂਰ B&B ਤੇ ਆਇਓ। ਅਗਲੀ ਵਾਰ ਮੈਂ ਕਿਸੇ ਹੋਰ ਜਗ੍ਹਾ ਤੇ ਲੈ ਕੇ ਚੱਲੂੰਗੀ, ਕਿਸੇ ਵਧੀਆ ਜੀ ਜਗ੍ਹਾ ਤੇ ਚੱਲਾਂਗੇ ਤੇ ਫਿਰ ਮਾਰਾਂਗੇ ਉੱਥੇ ਜਾ ਕੇ ਗੇੜੀਆਂ। ਪਰ ਫੀਡਬੈਕ ਤੁਸੀਂ ਜ਼ਰੂਰ ਦਿਆ ਕਰੋ ਕਿ ਤੁਹਾਨੂੰ ਗੇੜੀ ਰੂਟ ਲੱਗਦਾ ਕਿਵੇਂ ਦਾ ਆ। ਸੋ ਅਗਲੀ ਵਾਰ ਤੱਕ ਤੁਸੀਂ ਰੱਖਿਓ ਖਿਆਲ। ਮੇਰਾ ਤੁਹਾਡਾ ਸਾਡਾ ਸਾਰਿਆਂ ਦਾ ਰੱਬ ਰਾਖਾ। ਸਤਿ ਸ਼੍ਰੀ ਅਕਾਲ ਜੀ।